ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸਕ। ਸ੍ਰੀ ਹਰਗੋਬਿੰਦ ਸ਼ੋਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਧਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਤ ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਲੈ ਲਾਵਾਂ ਡੇਰੇ ਜਬ ਆਏ ਬੈਠੇ ਹੁਤੇ ਕੁਸ਼ਕ ਨਿਜ ਥਾਏ। ਹੇਤ ਆਹਾਰ ਹਕਾਰ ਨ ਆਏ ਗੁਰ ਜੁਤ ਚੱਲ ਬਰਾਤ ਸਮੁਦਾਏ। ਲੈ ਲਾਵਾਂ ਡੇਰੇ ਜਬ ਆਏ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦੇ ਸਰਗੁਣ ਸਵਰੂਪ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਸਾਰਿਆਂ ਦੀਆਂ ਇੱਜ਼ਤਾਂ ਪੱਤ ਰੱਖਣ ਵਾਲੇ ਧੰਨ ਧੰਨ ਸਤਿਗੁਰੂ ਗਰੀਬ ਨਵਾਜ ਸਤਿਗੁਰੂ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ ਸੰਗਤ ਜੀ। ਬੜੇ ਹੀ ਪਿਆਰ ਦੇ ਨਾਲ ਸਾਰੀ ਸੰਗਤ ਹਾਜ਼ਰੀ ਦਿਵਾਈਏ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਬੜੇ ਹੀ ਪਿਆਰ ਨਾਲ ਸਤਿਗੁਰੂ ਜੀ ਦੀ ਲੜੀਵਾਰ ਕਥਾ ਸਰਵਣ ਕਰਦੇ ਹੋ। ਲੜੀਵਾਰ ਕਥਾ ਵਿੱਚ ਆਪ ਜੀ ਨੇ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਇੱਥੋਂ ਤੱਕ ਕਥਾ ਸਰਵਣ ਕੀਤੀ ਹੈ। ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਧਰਤੀ ਤੇ ਸੁਭਾਏਮਾਨ ਹਨ। ਬਾਬਾ ਹਰੀ ਚੰਦ ਜੀ ਜੋ ਕਿ ਬਾਬਾ ਬਕਾਲਾ ਸਾਹਿਬ ਜੀ ਦੀ ਧਰਤੀ ਦੇ ਵਾਸੀ ਹਨ ਜੀ। ਬਾਬਾ ਹਰੀ ਚੰਦ ਜੀ ਦਾ ਘਰ ਉੱਥੇ ਹੈ ਜੀ। ਬਾਬਾ ਹਰੀ ਚੰਦ ਜੀ ਉਹਨਾਂ ਦੀ ਸਪੁੱਤਰੀ ਧੰਨ ਧੰਨ ਸਿੱਖਾਂ ਦੇ ਪੂਜਨੀਕ ਮਾਤਾ ਨਾਨਕੀ ਸਾਹਿਬ ਜੀ। ਉਹਨਾਂ ਦਾ ਰਿਸ਼ਤਾ ਸਤਿਗੁਰੂ ਜੀ ਦੇ ਨਾਲ ਹੋਇਆ ਹੈ। ਬਾਬਾ ਜੀ ਸਾਹਿਬ ਚਿੱਠੀ ਸਤਿਗੁਰੂ ਜੀ ਦੇ ਘਰ ਦੇ ਵਿੱਚ ਭੇਜਦੇ ਹਨ। ਉਹ ਕਥਾ ਸੰਗਤ ਦੀ ਕੱਲ ਆਪ ਜੀ ਨੇ ਸਰਵਣ ਕੀਤੀ ਹੈ। ਨਾਨਕੀ ਸ਼ਬਦ ਜਿਹੜਾ ਹੈ ਇਹ ਸਾਧ ਸੰਗਤ ਜੀ ਸਤਿਕਾਰਯੋਗ ਧੰਨ 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 ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਭੈਣ ਜੀ ਵਾਸਤੇ ਵੀ ਵਰਤਿਆ ਜਾਂਦਾ ਹੈ ਜੀ।
ਬੇਬੇ ਨਾਨਕੀ ਜੀ ਉਹਨਾਂ ਨੂੰ ਵੀ ਕਿਹਾ ਜਾਂਦਾ ਹੈ। ਉਹਨਾਂ ਦਾ ਨਾਮ ਵੀ ਨਾਨਕੀ ਹੈ। ਤੇ ਦੂਸਰੇ ਨੰਬਰ ਦੇ ਵਿੱਚ ਇਤਿਹਾਸ ਵਿੱਚ ਜੇ ਕਿਸੇ ਲਈ ਨਾਨਕੀ ਸ਼ਬਦ ਆਇਆ ਤੇ ਧੰਨ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦੂਸਰੇ ਮਹਿਲ, ਸਿੱਖਾਂ ਦੇ ਪੂਜਨੀਕ ਮਾਤਾ ਧੰਨ ਧੰਨ ਮਾਤਾ ਨਾਨਕੀ ਜੀ ਦੇ ਵਾਸਤੇ ਆਇਆ ਹੈ। ਮਾਤਾ ਨਾਨਕੀ ਜੀ ਉਹ ਹਨ ਸਾਧ ਸੰਗਤ ਜੀ ਜਿਨ੍ਹਾਂ ਦੇ ਗ੍ਰਹਿ ਵਿਖੇ ਸਾਡੇ 9ਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਗਮਨ ਹੋਇਆ ਹੈ ਜੀ। ਸੋ ਕੱਲ ਤੁਸੀਂ ਕਥਾ ਸਰਵਣ ਕੀਤੀ, ਬਾਬਾ ਜੀ ਨੇ ਸਾਰੇ ਚਿੱਠੀ ਭੇਜੀ ਤੇ ਇੱਕ ਵਿਸਾਖ ਦਾ ਦਿਨ ਜਿਹੜਾ ਉਹ ਬੇਨਤੀ ਕੀਤੀ, ਸੱਚੇ ਪਾਤਸ਼ਾਹ ਬਰਾਤ ਲੈ ਕੇ ਆਓ। ਸਾਰੇ ਚਿੱਠੀ ਮਾਤਾ ਗੰਗਾ ਜੀ ਦੇ ਕੋਲ ਪਹੁੰਚੀ ਜੀ। ਮਾਤਾ ਗੰਗਾ ਜੀ ਪੜ੍ਹ ਕੇ ਬਹੁਤ ਖੁਸ਼ ਹੋਏ, ਗੁਰੂ ਜੀ ਦੇ ਸਿੱਖ ਪੜ੍ਹ ਕੇ ਖੁਸ਼ ਬਹੁਤ ਹੋਏ ਜੀ। ਮਾਤਾ ਗੰਗਾ ਜੀ ਨੇ ਬਾਬਾ ਬਿਧੀ ਚੰਦ ਜੀ ਦੀ ਡਿਊਟੀ ਲਾਈ ਵੀ ਵਿਆਹ ਵਾਸਤੇ ਜਿੰਨੇ ਸਮਾਨ ਦੀ ਜ਼ਰੂਰਤ ਹੈ ਸਾਰਾ ਤੁਹਾਂ ਲੈ ਕੇ ਆਉਣਾ ਹੈ ਜੀ। ਇਹ ਗੁਰੂ ਕੇ ਸਿੱਖ ਕਿੰਨੇ ਮਹਾਨ ਨੇ ਜੀ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿਆਹ ਵਿੱਚ ਵੀ ਇਹਨਾਂ ਦੀ ਜ਼ਿੰਮੇਵਾਰੀ ਵੇਖੋ ਲੱਗ ਰਹੀ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵਿਆਹ ਦੀ ਤਿਆਰੀ ਹੋਈ। ਧੰਨ ਧੰਨ ਪੂਜਨੀਕ ਬਾਬਾ ਜੀ ਬਾਬਾ ਬੁੱਢਾ ਸਾਹਿਬ ਜੀ, ਬਾਬਾ ਜੀ ਨੇ ਫਿਰ ਸਾਰਿਆਂ ਨੂੰ ਸੱਦੇ ਭੇਜੇ ਜੀ। ਤੁਸੀਂ ਕਥਾ ਸੁਣੀ ਹੈ, ਬਹੁਤ ਵੱਡਾ ਮੇਲ ਜਿਹੜਾ ਉਹ ਸਾਧ ਸੰਗਤ ਜੀ ਇਕੱਠਾ ਹੋਇਆ। ਮੇਲ ਜਦੋਂ ਇਕੱਠਾ ਹੋ ਗਿਆ, ਦਿਨ ਨਿਯਤ ਹੋਇਆ, ਬਰਾਤ ਤੁਰੀ ਜੀ। ਉਸ ਸਮੇਂ ਬਰਾਤ ਦੇ ਵਿੱਚ ਬੀਬੀਆਂ ਨਹੀਂ ਸੀ ਜਾਂਦੀਆਂ ਹੁੰਦੀਆਂ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਬੀਬੀਆਂ ਘਰਾਂ ਵਿੱਚ ਹੀ ਰਹਿੰਦੀਆਂ ਸਨ, ਬੀਬੀਆਂ ਨੂੰ ਨਹੀਂ ਸੀ ਨਾਲ ਲੈ ਕੇ ਜਾਇਆ ਜਾਂਦਾ ਜੀ, ਪੁਰਸ਼ ਹੀ ਜਾਂਦੇ ਸੀਗੇ। ਸੋ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਰਾਤ ਲੈ ਕੇ ਅੰਮ੍ਰਿਤਸਰ ਜੀ ਦੀ ਧਰਤੀ ਤੇ ਹੀ ਵਿਆਹ ਹੋਇਆ ਜੀ। ਬਾਬਾ ਬਕਾਲਾ ਸਾਹਿਬ ਅੰਮ੍ਰਿਤਸਰ ਜ਼ਿਲ੍ਹਾ ਹੀ ਹੈ ਜੀ। ਸੋ ਇੱਥੇ ਵਿਆਹ ਹੋਇਆ ਜੀ। ਤੇ ਮਾਤਾ ਗੰਗਾ ਜੀ ਦਾ ਪ੍ਰਲੋਕ ਗਮਨ ਇੱਥੇ ਹੋਇਆ ਜੀ। ਸੋ ਇਹ ਬੜੀ ਲੰਮੀ ਕਥਾ ਹੈ ਸਾਧ ਸੰਗਤ ਜੀ, ਰਹੋ ਵਿਚਾਰ। ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ ਹੀ ਮਾਤਾ ਜੀ ਦਾ ਸਤਿਗੁਰੂ ਜੀ ਦੇ ਨਾਲ ਸ਼ੁਭ ਵਿਵਾਹ ਹੋਇਆ ਜੀ, ਆਨੰਦ ਕਾਰਜ ਹੋਏ। ਜਿਸ ਦਿਨ ਮਹਾਰਾਜ ਸੱਚੇ ਪਾਤਸ਼ਾਹ ਬਰਾਤ ਲੈ ਕੇ ਗਏ, ਤੁਸੀਂ ਪ੍ਰਸੰਗ ਸੁਣਿਆ, ਪੀਲੇ ਰੰਗ ਦੇ ਬਸਤਰ ਸਤਿਗੁਰੂ ਜੀ ਨੇ ਆਪਣੇ ਤਨ ਤੇ ਸਜਾਏ ਹੋਏ ਨੇ ਜੀ। ਪੀਲੇ ਰੰਗ ਦੇ ਕੱਪੜੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸਜਾਏ ਆ। ਗੁਰੂ ਸਾਹਿਬ ਸੱਚੇ ਪਾਤਸ਼ਾਹ ਬਹੁਤ ਸੁੰਦਰ ਲੱਗ ਰਹੇ ਹਨ। ਬਹੁਤ ਖੁਸ਼ੀਆਂ ਦੇ ਨਾਲ ਬੜੇ ਵੱਡੇ ਪੱਧਰ ਤੇ ਬਰਾਤ ਜਿਹੜੀ ਆ ਉਹ ਵਿਆਹ ਵਾਲੀ ਜਗ੍ਹਾ ਪਹੁੰਚੀ ਜੀ। ਹੁਣ ਜਦੋਂ ਬਰਾਤ ਪਹੁੰਚਦੀ ਹੈ, ਸਭ ਤੋਂ ਪਹਿਲਾਂ ਮਿਲਣੀ ਹੋਣੀ ਆ ਜੀ। ਤੇ ਕੱਲ ਤੁਸੀਂ ਕਥਾ ਸੁਣੀ, ਕਥਾ ਸੁਣ ਕੇ ਮਨ ਗਦਗਦ ਹੋ ਗਿਆ, ਪੜ੍ਹ ਕੇ ਮਨ ਗਦਗਦ ਹੋ ਗਿਆ। ਹੁਣ ਪਿਤਾ ਦੀ ਮਿਲਣੀ ਹੋਣੀ ਹੈ ਜੀ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦ ਹੋ ਗਏ ਆ ਤੇ ਪਿਤਾ ਜੀ ਦੀ ਥਾਂ ਤੇ ਮਿਲਣੀ ਵਾਸਤੇ ਗੁਰੂ ਜੀ ਨੇ ਵਿਚਾਰ ਕੀਤੀ ਵੀ ਕਿਹਨੂੰ ਇੱਥੇ ਲਾਇਆ ਜਾਵੇ ਜੀ, ਕਿਹਦੀ ਸੇਵਾ ਲਈ ਜਾਵੇ, ਕਿਹੜਾ ਐਸਾ ਪੁਰਸ਼ ਹੈ ਜਿਹਨੂੰ ਅਸੀਂ ਆਪਣੇ ਪਿਤਾ ਜੀ ਦੀ ਜਗ੍ਹਾ ਤੇ ਮਿਲਣੀ ਕਰਵਾਈਏ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਧਿਆਨ ਫਿਰ ਬਾਬਾ ਜੀ ਵੱਲ ਪਿਆ। ਮਹਾਰਾਜ ਨੇ ਬਾਬਾ ਬੁੱਢਾ ਜੀ ਨੂੰ ਕਿਹਾ ਜੀ ਫਿਰ ਜੀ, ਹਾਂਜੀ। ਤੇ ਬਾਬਾ ਬੁੱਢਾ ਸਾਹਿਬ ਜੀ ਫਿਰ ਇਹ ਕੰਮ ਕਰਦੇ, ਇਤ ਸਤਿਗੁਰ ਨੇ ਹਿਰਦੇ ਵਿਚਾਰਿਓ, ਮਿਲਹਿ ਬ੍ਰਿਧ ਸਾਹਿਬ ਨਿਰਤਾਰਿਓ। ਬਾਬਾ ਬੁੱਢਾ ਸਾਹਿਬ ਜੀ ਨੇ ਫਿਰ ਮਿਲਣੀ ਕੀਤੀ ਤੇ ਸਾਧ ਸੰਗਤ ਜੀ ਫਿਰ ਰੀਤ ਹੋਈ ਸਾਰੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੂੰ ਜਲ ਪਾਣੀ ਛਕਾਇਆ ਗਿਆ। ਫਿਰ ਬਰਾਤ ਉਸ ਜਗ੍ਹਾ ਪਹੁੰਚੀ ਜਿੱਥੇ ਲਾਵਾਂ ਹੋਣੀਆਂ ਸਨ ਜੀ। ਲਾਵਾਂ ਹੋਈਆਂ। ਮਾਤਾ ਜੀ ਮਾਤਾ ਨਾਨਕੀ ਜੀ ਦੀ ਬੜੀ ਭਗਤੀ ਜੀ, ਬੜੀ ਭਗਤੀ। ਆਪ ਪਰਮੇਸ਼ਰ ਖੁਦ ਖੁਦਾ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਲਾਵਾਂ ਲਈਆਂ ਜੀ। ਉਹਨਾਂ ਨੇ ਜੀ ਲਾਵਾਂ ਲਈਆਂ ਮਾਤਾ ਜੀ ਨੇ। ਇਹ ਕੋਈ ਛੋਟੀ ਗੱਲ ਨਹੀਂ ਹੈਗੀ ਸਾਧ ਸੰਗਤ ਜੀ। ਸੋ ਪਿਆਰ ਨਾਲ ਸਾਰੇ ਕਹੋ ਧੰਨ ਧੰਨ ਮਾਤਾ ਨਾਨਕੀ ਜੀ, ਧੰਨ ਧੰਨ ਮਾਤਾ ਨਾਨਕੀ ਜੀ। ਇਹ ਮਾਤਾ ਜੀ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਹੀ ਸਨ ਜੀ ਮਾਤਾ ਨਾਨਕੀ ਜੀ। ਕੋਈ ਛੋਟੀ ਗੱਲ ਥੋੜੀ ਜੀ। ਖੁਦ ਖੁਦਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਿਲ ਬਣਨਾ ਇਹ ਬੜੀ ਵੱਡੀ ਗੱਲ ਹੈਗੀ ਸੰਗਤ ਜੀ। ਮਾਤਾ ਨਾਨਕੀ ਜੀ ਦੇ ਹਿੱਸੇ ਆਇਆ ਜੀ ਹੈ ਜੀ। ਸੋ ਲਾਵਾਂ ਹੋਈਆਂ ਲਾਵਾਂ। ਇਹਦੇ ਤੋਂ ਅੱਗੇ ਹੁਣ ਆਪਾਂ ਪ੍ਰਸੰਗ ਸਰਵਣ ਕਰੀਏ ਤੇ ਨਾਲੇ ਕਥਾ ਤੋਂ ਬਾਅਦ ਅੱਜ ਸਾਡੇ ਮਾਤਾ ਜੀ
ਸਾਡੇ ਪੂਜਨੀਕ ਮਾਤਾ ਜੀ ਧੰਨ ਧੰਨ ਮਾਤਾ ਸਾਹਿਬ ਕੌਰ ਜੀ ਦਾ ਵੀ ਜਨਮ ਦਿਨ ਹੈ ਸਾਧ ਸੰਗਤ ਜੀ। ਸਾਡੇ ਧਰਮ ਦੇ ਮਾਤਾ ਜੀ, ਉਹਨਾਂ ਦਾ ਵੀ ਜਨਮ ਦਿਨ ਹੈ। ਉਸ ਸੰਬੰਧ ਵਿੱਚ ਵੀ ਵਿਚਾਰ ਕਰਾਂਗੇ। ਆਓ ਪਹਿਲਾਂ ਜਿੰਨਾ ਪ੍ਰਸੰਗ ਰਹਿ ਗਿਆ ਉਨੀ ਕਥਾ ਆਪਾਂ ਸਰਵਣ ਕਰੀਏ। ਧਰੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦਾ ਧਿਆਨ। ਚੱਲੋ ਸਾਰੇ ਵਿਆਹ ਦੇ ਵਿੱਚ ਆਖੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। 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 ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਲੈ ਲਾਵਾਂ ਡੇਰੇ ਜਬ ਆਏ। ਲਾਵਾਂ ਦਿੱਤੀਆਂ ਗਈਆਂ ਲਾਵਾਂ ਦੀ, ਤੇ ਲਾਵਾਂ ਦੀ ਜਗ੍ਹਾ ਹੋਰ ਸੀਗੀ ਜੀ, ਤੇ ਜਿੱਥੇ ਬਰਾਤ ਨੂੰ ਬਿਠਾਇਆ ਗਿਆ ਉਹ ਜਗ੍ਹਾ ਹੋਰ ਸੀਗੀ ਜੀ। ਸੱਚੇ ਪਾਤਸ਼ਾਹ ਲਾਵਾਂ ਲੈ ਕੇ ਆਪਣੇ ਉਸ ਸਥਾਨ ਤੇ ਆਏ। ਬੈਠੇ ਹੁਤੇ ਕੁਸ਼ਕ ਨਿਜ ਥਾਏ। ਉੱਥੇ ਪਹਿਲਾਂ ਹੀ ਕੁਝ ਪ੍ਰੇਮੀ ਬੈਠੇ ਹੋਏ ਸਨ ਜੀ। ਹਾਂਜੀ। ਹੇਤ ਆਹਾਰ ਹਕਾਰਨ ਆਏ। ਸਾਧ ਸੰਗਤ ਜੀ, ਮਹਾਰਾਜ ਗਰੀਬ ਨਵਾਜ ਜੀ ਜਦੋਂ ਪੜਾਅ ਵਾਲੀ ਜਗ੍ਹਾ ਤੇ ਆਏ ਜਿੱਥੇ ਬਰਾਤ ਦਾ ਟਿਕਾਓ ਸੀਗਾ, ਫਿਰ ਬਾਬਾ ਹਰੀ ਚੰਦ ਜੀ ਹੋਣੀ ਕੁਝ ਸੇਵਕਾਂ ਨੂੰ ਨਾਲ ਲੈ ਕੇ, ਪ੍ਰੇਮੀਆਂ ਨੂੰ ਨਾਲ ਲੈ ਕੇ ਗੁਰੂ ਜੀ ਨੂੰ ਤੇ ਬਰਾਤ ਨੂੰ ਪ੍ਰਸ਼ਾਦਾ ਛਕਾਉਣ ਵਾਸਤੇ ਬੇਨਤੀ ਕਰਨ ਵਾਸਤੇ ਆਏ ਜੀ। ਮਹਾਰਾਜ ਪ੍ਰਸ਼ਾਦਾ ਛਕੀਏ ਸੱਚੇ ਪਾਤਸ਼ਾਹ। ਹਾਂਜੀ। ਗੁਰ ਜੁਤ ਚੱਲ ਬਰਾਤ ਸਮੁਦਾਏ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਤੇ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਸਮੇਤ ਬਰਾਤ ਦੇ ਆਤਿਸ਼ਬਾਜੀ ਛੁਟਤ ਹਵਾਈ। ਮਹਾਰਾਜ ਸਮੇਤ ਬਰਾਤ ਦੇ ਉਸ ਪਾਸੇ ਗਏ ਜਿੱਥੇ ਲੰਗਰ ਤਿਆਰ ਕੀਤਾ ਗਿਆ ਜੀ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਗੁਰੂ ਜੀ ਦੇ ਅੱਗੇ ਆਤਿਸ਼ਬਾਜੀ ਚੱਲ ਰਹੀ ਜੀ। ਆਤਿਸ਼ਬਾਜੀ ਛੁਟਤ ਹਵਾਈ। ਹਵਾਈਆਂ ਤੁਹਾਨੂੰ ਪਤਾ ਜੀ। ਹਾਂਜੀ, ਉਹ ਹਵਾਈਆਂ ਚੱਲ ਰਹੀਆਂ ਜੀ। ਹਾਂਜੀ। ਜਨ ਸੁਰਪੁਰ ਕੋ ਖਬਰ ਪਠਾਈ। ਕਹਿਣ ਲੱਗੇ ਉਹ ਬੜੀਆਂ ਉੱਚੀਆਂ ਜਾਂਦੀਆਂ ਨੇ, ਤੇ ਮਾਨੋ ਸਵਰਗਾਂ ਦੇ ਵਿੱਚ ਜਾ ਕੇ ਦੇਵਤਿਆਂ ਨੂੰ ਦੱਸ ਰਹੀਆਂ ਹੁਣ ਵੀ ਅੱਜ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਿਆਹ ਹੈ। ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ। ਕੌਤਕ ਭਾਂਤ ਅਨੇਕਨ ਹੋਤ। ਬੜੇ ਤਰੀਕਿਆਂ ਦੇ ਖੁਸ਼ੀ ਦੇ ਕੌਤਕ ਜਿਹੜੇ ਆ ਉਹ ਹੋ ਰਹੇ ਆ। ਪੇਖ ਪੇਖ ਸਭ ਕੇ ਆਨੰਦ ਉਦੋਤ। ਵੇਖ ਵੇਖ ਕੇ ਸਾਰਿਆਂ ਦੇ ਮਨਾਂ ਵਿੱਚ ਆਨੰਦ ਵੱਧ ਰਿਹਾ ਜੀ। ਆਨੰਦ ਵੱਧ ਰਿਹਾ, ਖੁਸ਼ੀ ਵੱਧ ਰਹੀ ਹੈ ਜੀ। ਹਾਂਜੀ। ਹਰੀ ਚੰਦ ਕੇ ਸਦਨ ਪਹੁੰਚੇ। ਹਰੀ ਚੰਦ ਕੇ ਸਦਨ ਪਹੁੰਚੇ। ਆਖੋ ਵਾਹਿਗੁਰੂ। ਤੇ ਫਿਰ ਪ੍ਰਸ਼ਾਦਾ ਕਿੱਥੇ ਛਕਾਉਣਾ ਸੀਗਾ? ਬਾਬਾ ਹਰੀ ਚੰਦ ਜੀ ਦੇ ਘਰ ਵਿੱਚ ਜੀ। ਹਾਂਜੀ। ਸਤਿਗੁਰੂ ਜੀ ਨੇ ਉਹਨਾਂ ਦੇ ਘਰ 'ਚ ਪ੍ਰਸ਼ਾਦਾ ਛਕਣਾ ਸੀਗਾ ਜੀ। ਮਹਾਰਾਜ ਸੱਚੇ ਪਾਤਸ਼ਾਹ ਬਾਬਾ ਬੁੱਢਾ ਜੀ ਦੇ ਨਾਲ ਉੱਥੇ ਪਹੁੰਚੇ। ਭੋਜਨ ਹੇਤ ਬੈਠ ਕਰ ਉੱਚੇ। ਸੋ ਗੁਰੂ ਸਾਹਿਬ ਮਹਾਰਾਜ ਜੀ ਦੀ ਵਾਸਤੇ ਉੱਚੀ ਜਗ੍ਹਾ ਤਿਆਰ ਕੀਤੀ ਗਈ। ਮਹਾਰਾਜ ਉੱਥੇ ਬੈਠੇ ਸੱਚੇ ਪਾਤਸ਼ਾਹ। ਗੁਰ ਹਿਤ ਚੌਂਕੀ ਵੱਡੀ ਵਿਛਾਏ। ਸਤਿਗੁਰੂ ਜੀ ਵਾਸਤੇ ਵੱਡਾ ਪਲੰਘਾ ਡਾਇਆ ਗਿਆ ਜੀ। ਮਹਾਰਾਜ ਨੇ ਜਿੱਥੇ ਬੈਠ ਕੇ ਪ੍ਰਸ਼ਾਦਾ ਛਕਣਾ ਜੀ। ਹਾਂਜੀ। ਜਥਾ ਉਚਿਤ ਸਭ ਦੀਏ ਬਿਠਾਏ। ਫਿਰ ਬਾਬਾ ਬੁੱਢਾ ਸਾਹਿਬ ਜੀ ਤੇ ਹੋਰ ਸਾਰੇ ਪਿਆਰਿਆਂ ਨੂੰ ਜਿੱਥੇ ਜਿੱਥੇ ਜਗ੍ਹਾ ਵਿਖੀ ਉੱਥੇ ਉੱਥੇ ਬਿਠਾਇਆ ਜੀ। ਬੜੇ ਸਨਮਾਨ ਨਾਲ ਬਿਠਾਇਆ ਗਿਆ ਜੀ। ਹਾਂਜੀ। ਭਾਂਤ ਭਾਂਤ ਕੇ ਗਨ ਪਕਵਾਨ। ਤੇ ਫਿਰ ਤੁਹਾਨੂੰ ਪਤਾ ਵਿਆਹ ਵਿੱਚ ਤੇ ਫਿਰ ਬੜਾ ਕੁਝ ਬਣਾਇਆ ਜਾਂਦਾ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਕਈ ਤਰ੍ਹਾਂ ਦੇ ਪ੍ਰਸ਼ਾਦੇ ਜਿਹੜੇ ਸੀਗੇ, ਪਕਵਾਨ ਜਿਹੜੇ ਸਨ, ਉਹ ਬਾਬਾ ਜੀ ਵੱਲੋਂ ਤਿਆਰ ਕਰਾਏ ਗਏ, ਬਾਬਾ ਹਰੀ ਚੰਦ ਜੀ ਵੱਲੋਂ ਜੀ। ਹਾਂਜੀ। ਧਰ ਧਰ ਥਾਰ ਪਰੋਸਨ ਠਾਨ। ਥਾਲਿਆਂ ਦੇ ਵਿੱਚ ਸਾਰੇ ਪਕਵਾਨ ਪਰੋਸੇ ਗਏ ਜੀ। ਸਬਜ਼ੀਆਂ, ਮਿੱਠੇ ਪ੍ਰਸ਼ਾਦੇ, ਚੌਲ, ਦਹੀਂ, ਬੜਾ ਕੁਝ ਬਣਾਇਆ ਜੀ। ਮੇਵੇ ਬਹੁ ਮਿਲਾਏ ਬਣਵਾਏ। ਸੋ ਬੜੇ ਮੇਵੇ ਮਿਲਾ ਮਿਲਾ ਕੇ ਨਾ ਜੀ
ਖਾਣੇ ਬਣਵਾਏ ਗਏ ਕਈ ਤਰ੍ਹਾਂ ਦੇ, ਸਭ ਕੋ ਦੇ ਕਰ ਕਹਿ ਅਚਵਾਏ। ਤੇ ਸਾਰਿਆਂ ਨੂੰ ਬੇਨਤੀ ਕਰਕੇ ਸਾਧ ਸੰਗਤ ਜੀ ਛਕਾਏ। ਆਖੋ ਵਾਹਿਗੁਰੂ। ਵਾਹਿਗੁਰੂ। ਸਾਰਿਆਂ ਨੂੰ ਬੇਨਤੀ ਕਰਕੇ ਛਕਾਏ ਜੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਭ ਕੁਝ ਛਕਿਆ। ਬਾਬਾ ਹਰੀ ਚੰਦ ਜੀ ਦੇ ਪੂਰਬਲੇ ਭਾਗ ਗੁਰੂ ਸਾਹਿਬ ਨਾਲ ਇੰਨੇ ਨੇੜਤਾ ਵਾਲਾ ਸੰਬੰਧ ਬਣ ਗਿਆ ਜੀ ਉਹਨਾਂ ਦਾ ਜੀ। ਹਾਂਜੀ। ਸਵਾਦਤ ਅਚਵਨ ਲੱਗੇ ਆਹਾਰ। ਸਤਿਗੁਰੂ ਜੀ ਫਿਰ ਬੜੇ ਪ੍ਰੇਮ ਦੇ ਨਾਲ ਪ੍ਰਸ਼ਾਦਾ ਛਕਣ ਲੱਗੇ ਜੀ। ਬੜੇ ਸਹਿਜ ਚ ਪ੍ਰਸ਼ਾਦਾ ਛਕਿਆ, ਬੜੇ ਪ੍ਰੇਮ ਨਾਲ ਪ੍ਰਸ਼ਾਦਾ ਛਕਿਆ। ਆਖੋ ਵਾਹਿਗੁਰੂ। ਵਾਹਿਗੁਰੂ। ਸਾਧ ਸੰਗਤ ਜੀ, ਬਹੁਤ ਸਾਰੇ ਪੁਰਸ਼ਾਂ ਨੂੰ ਪ੍ਰਸ਼ਾਦਾ ਛਕਣਾ ਨਹੀਂ ਆਉਂਦਾ ਜੀ। ਪ੍ਰਸ਼ਾਦਾ ਜਦੋਂ ਛਕਣਾ ਬੈਠ ਕੇ ਪ੍ਰੇਮ ਨਾਲ ਸਹਿਜੇ ਸਹਿਜੇ ਛਕਣਾ ਜੀ। ਆ ਜਿਹੜਾ ਹੁਣ ਪੁੱਠੇ ਕੰਮ ਤੁਰ ਪਏ ਨਾ ਸਾਡੇ ਜੀ ਵਿਆਹਾਂ 'ਚ ਜੀ, ਖਲੋ ਕੇ ਹੀ ਖਾਓ ਜੀ। ਬੰਦੇ ਨਹੀਂ ਖਲੋ ਕੇ ਖਾਂਦੇ ਜੀ। ਅੰਨ ਦਾ ਸਤਿਕਾਰ ਹੁੰਦਾ ਹੈ ਜੀ। ਹਾਂਜੀ, ਬੈਠ ਕੇ ਛਕਣਾ ਚਾਹੀਦਾ ਜੀ, ਸਹਿਜ 'ਚ ਛਕਣਾ ਚਾਹੀਦਾ ਜੀ। ਹਾਂਜੀ। ਤੇ ਮੈਨੂੰ ਇੱਕ ਗੁਰਮੁਖ ਕਹਿਣ ਲੱਗੇ, ਨਾਲ ਨਾਲ ਚਬਾਈ ਚੱਲੋ ਤੇ ਨਾਲ ਨਾਲ ਅੰਦਰ ਅੰਦਰ ਵਾਹਿਗੁਰੂ ਵਾਹਿਗੁਰੂ ਬੋਲੀ ਚੱਲੋ। ਆਖੋ ਵਾਹਿਗੁਰੂ। ਵਾਹਿਗੁਰੂ। ਨਾਲ ਨਾਲ ਕਹਿੰਦੇ ਜੀਭ ਚੱਲੀ ਜਾਵੇ, ਦੰਦ ਚੱਲੀ ਜਾਣ, ਅੰਦਰ ਵਾਹਿਗੁਰੂ ਵਾਹਿਗੁਰੂ ਚੱਲੀ ਜਾਵੇ। ਪ੍ਰੇਮ ਨਾਲ ਸਹਿਜ 'ਚ ਛਕਿਆ ਹੋਇਆ ਪ੍ਰਸ਼ਾਦਾ ਤਨ ਤੇ ਮਨ ਦੋਵਾਂ ਨੂੰ ਸ਼ਕਤੀ ਦਿੰਦਾ ਹੈ ਜੀ। ਹਾਂਜੀ। ਹੁਣ ਵਿਆਹਾਂ 'ਚ ਮੈਨੂੰ ਪਤਾ ਜੀ ਜੋ ਹੁੰਦਾ ਜੀ। ਚਲੋ ਮੈਂ ਤਾਂ ਬਹੁਤ ਘੱਟ ਹੀ ਪੈਲਸ ਵਿੱਚ ਜਾਂਦਾ ਜੀ, ਪਰ ਬਹੁਤਾ ਇਹੋ ਹੀ ਪ੍ਰੋਗਰਾਮ ਹੁੰਦਾ ਜੀ, ਪਾਈ ਜਾਓ ਤੇ ਖਾਈ ਜਾਓ, ਪਾਈ ਜਾਓ ਤੇ ਖਾਈ ਜਾਓ। ਹਾਂਜੀ। ਉਹ ਆਪੇ ਹੀ ਜੂਠੇ ਹੱਥਾਂ ਨਾਲ ਪਾਈ ਚੱਲੋ ਪ੍ਰੀਤੀ ਭੋਜਨ, ਸਟੈਂਡਿੰਗ ਰੋਟੀ ਆਪਣੇ ਹੱਥਾਂ ਨਾਲ ਪਾਈ ਚੱਲੋ। ਜੂਠੇ ਹੱਥ ਹੈ ਉਹ ਕੜਛੀਆਂ ਨੂੰ ਲਾਈ ਚੱਲੋ, ਖਾਈ ਚੱਲੋ ਜੀ। ਬੜੇ ਬੜੇ ਚੰਗੇ ਸਿਆਣੇ ਲੋਕ ਵੀ ਮਰਿਆਦਾ ਦਾ ਧਿਆਨ ਨਹੀਂ ਰੱਖਦੇ ਜੀ। ਹੁਣ ਇਹਦੇ ਤੋਂ ਵੱਡਾ ਇਕੱਠ ਤਾਂ ਨਹੀਂ ਰਹੇਗਾ ਜੀ। ਗੁਰੂ ਹਰਗੋਬਿੰਦ ਸਾਹਿਬ ਦਾ ਵਿਆਹ ਹੈ, ਉੱਥੇ ਵੀ ਮਰਿਆਦਾ ਮਹਾਰਾਜ ਨੇ ਪੂਰੀ ਰੱਖੀ ਜੀ। ਸੱਚੇ ਪਾਤਸ਼ਾਹ ਜੀ ਨੇ ਬੈਠ ਕੇ ਪ੍ਰਸ਼ਾਦਾ ਛਕਿਆ। ਸਵਾਦਤ ਅਚਵਨ ਲੱਗੇ ਆਹਾਰ। ਬੜੇ ਪ੍ਰੇਮ ਨਾਲ ਸਵਾਦ ਨਾਲ ਸਹਿਜੇ ਸਹਿਜੇ ਗੁਰੂ ਜੀ ਪ੍ਰਸ਼ਾਦਾ ਛਕ ਰਹੇ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਪ੍ਰਸ਼ਾਦਾ ਛਕ ਰਹੇ। ਕੋਕਿਲ ਕੰਠੀ ਗਾਵਤ ਨਾਰ। ਤੇ ਫਿਰ ਨਾ ਉਸ ਸਮੇਂ ਕੀ ਹੁੰਦਾ ਸੀ ਵੀ ਇੱਕ ਬੰਨੇ ਬੀਬੀਆਂ ਬੈਠ ਕੇ ਉਦੋਂ ਲਾਗੇ ਗੀਤ ਸੰਗੀਤ ਕਰਦੀਆਂ ਹੁੰਦੀਆਂ ਸੀਗੀਆਂ ਜੀ। ਤੇ ਕਈ ਬੀਬੀਆਂ ਨੂੰ ਉਚੇਚਾ ਲਿਆਂਦਾ ਜਾਂਦਾ ਸੀਗਾ ਗੀਤ ਸੰਗੀਤ ਕਰਨ ਵਾਸਤੇ ਜਦੋਂ ਬਰਾਤੀਆਂ ਨੇ ਪ੍ਰਸ਼ਾਦਾ ਛਕਣਾ ਜੀ। ਤੇ ਬਹੁਤ ਮਿੱਠੇ ਗਲੇ ਵਾਲੀਆਂ ਇਸਤਰੀਆਂ ਬਾਣੀ ਦੇ ਲਾਗੇ ਸ਼ਬਦ ਪੜ੍ਹ ਰਹੀਆਂ ਜੀ। ਹਾਂਜੀ। ਹੋਤ ਆਨੰਦਤ ਹੇਰਤ ਅਚਵਤ। ਸੋ ਪ੍ਰਸ਼ਾਦਾ ਛਕਦਿਆਂ ਵੀ ਬੜੀ ਖੁਸ਼ੀ ਹੋ ਰਹੀ ਹੈ ਸਾਰਿਆਂ ਨੂੰ ਜੀ। ਆਖੋ ਵਾਹਿਗੁਰੂ। ਵਾਹਿਗੁਰੂ। ਜਿਹੋ ਜਿਹਾ ਭਾਵ ਪ੍ਰਸ਼ਾਦਾ ਛਕਣ ਦੇ ਸਮੇਂ ਤੁਹਾਡੇ ਅੰਦਰ ਹੋਏਗਾ ਨਾ ਪਿਆਰਿਓ, ਅੰਦਰ ਉਹੋ ਜਿਹਾ ਹੀ ਤੱਤ ਬਣੇਗਾ। ਬਾਬਾ ਪ੍ਰਿਥੀਆ ਜੀ ਦਹੀਂ ਚੌਲ ਸਾਗ ਖਾ ਰਹੇ, ਛਕ ਰਹੇ ਸਨ ਜੀ। ਅੰਦਰ ਈਰਖਾ ਸੀ, ਈਰਖਾ 'ਚ ਹੀ ਛਕੀ ਜਾਂਦੇ ਸੀਗੇ। ਤੇ ਸਮਾਂ ਪੂਰਾ ਹੋ ਗਿਆ, ਉਹਨਾਂ ਦੀ ਮ੍ਰਿਤੂ ਹੋਈ ਸੀਗੀ ਜੀ। ਪ੍ਰਸ਼ਾਦਾ ਛਕ ਕੇ ਬਾਅਦ ਵਿੱਚ ਸੂਲ ਉੱਠ ਗਿਆ ਜੀ, ਈਰਖਾ 'ਚ ਛਕਿਆ ਸੀਗਾ। ਪ੍ਰਸ਼ਾਦਾ ਜਦੋਂ ਛਕਣਾ ਹੈ, ਬਾਣੀ ਦਾ ਕੀਰਤਨ ਸੁਣਨਾ ਹੈ, ਜਾਂ ਫਿਰ ਅੰਦਰ ਅੰਦਰ ਵਾਹਿਗੁਰੂ ਵਾਹਿਗੁਰੂ ਬੋਲਣਾ ਹੈ। ਵਰਤਾਵਿਆਂ ਨੇ ਪ੍ਰਸ਼ਾਦਾ ਵਰਤਾਇਆ, ਲੰਗਰ ਵਰਤਾਇਆ, ਗੁਰੂ ਕੇ ਬਰਾਤੀਆਂ ਨੇ ਸਾਰਿਆਂ ਨੇ ਛਕਿਆ, ਸੱਚੇ ਪਾਤਸ਼ਾਹ ਜੀ ਨੇ ਛਕਿਆ, ਬੜਾ ਆਨੰਦ ਬਣਿਆ ਜੀ। ਹਾਂਜੀ। ਸਨੇ ਸਨੇ ਭੋਜਨ ਤੇ ਤ੍ਰਿਪਵਤ। ਹਾਂ, ਸਹਿਜੇ ਸਹਿਜੇ ਉਹ ਗੱਲ ਆ ਗਈ ਨਾ ਜੀ। ਫਿਰ ਸਹਿਜੇ ਸਹਿਜੇ ਪ੍ਰਸ਼ਾਦਾ ਛਕ ਰਹੇ ਜੀ। ਆਖੋ ਵਾਹਿਗੁਰੂ। ਵਾਹਿਗੁਰੂ। ਤੇ ਹੁਣ ਕਾਰਨ ਕੀ ਹੈ? ਪ੍ਰਸ਼ਾਦੇ ਤੋਂ ਅੰਨ ਤੋਂ ਮਨ ਬਣਨਾ, ਉਹੋ ਜਿਹੇ ਵਿਚਾਰ ਬਣਨੇ ਆ, ਉਹੋ ਜਿਹਾ ਤਨ ਬਣਨਾ। ਤੇ ਅੰਨ ਛਕਣ ਦੀ ਮਰਿਆਦਾ ਨਹੀਂ ਹੈਗੀ ਜੀ ਕੋਈ, ਪ੍ਰਸ਼ਾਦਾ ਛਕਣ ਦੀ ਮਰਿਆਦਾ ਨਹੀਂ ਹੈਗੀ। ਇਸ ਕਰਕੇ ਜੀਵਨ ਬਹੁਤਾ ਤਰੱਕੀ ਵਾਲਾ ਨਹੀਂ ਬਣਦਾ, ਪ੍ਰਾਪਤੀ ਵਾਲਾ ਨਹੀਂ ਬਣਦਾ ਜੀ।
ਬੰਦਾ ਬੈਠੇ ਪ੍ਰੇਮ ਨਾਲ ਛਕੇ, ਸਹਿਜ ਚ ਛਕੇ, ਅੰਦਰ ਅੰਦਰ ਨਾਮ ਜਪੇ। ਤੁਸੀਂ ਏਦਾਂ ਛਕ ਕੇ ਵੇਖ ਲਓ, ਹਫਤਾ ਅਸਰ ਪਏਗਾ ਜੀ ਉਹਦਾ। ਸਨੇ ਸਨੇ ਭੋਜਨ ਤੇ ਤ੍ਰਿਪਵਤ, ਸਹਿਜੇ ਸਹਿਜੇ ਫਿਰ ਸਾਰਿਆਂ ਨੇ ਪ੍ਰਸ਼ਾਦਾ ਛਕਿਆ ਤੇ ਰੱਜੇ ਦੀ ਸਾਰੇ ਦੀ। ਹਾਂਜੀ, ਝੂਠ ਬਿਖੈ ਬਹੁ ਧਨ ਕੋ ਡਾਰੇ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਤੇ ਧਿਆਨ ਨਾਲ ਸੁਣਿਓ ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਫਿਰ ਖੁੱਲੀ ਮਾਇਆ ਵੀ ਵੰਡੀ ਜੀ। ਹਾਂਜੀ, ਲੈ ਸਭ ਨੇ ਜਲ ਪਾਨ ਪਖਾਰੇ। ਸਾਧ ਸੰਗਤ ਜੀ ਫਿਰ ਸਾਰਿਆਂ ਨੇ ਪ੍ਰਸ਼ਾਦਾ ਛਕਿਆ ਤੇ ਬਾਅਦ ਵਿੱਚ ਜਲ ਪਾਨ ਪਖਾਰੇ, ਜਲ ਛਕਿਆ ਠੰਡਾ। ਫਿਰ ਹੱਥ ਧੋਤੇ ਜੀ ਚੰਗੀ ਤਰ੍ਹਾਂ ਜੀ। ਇੱਕ ਬੰਦਾ ਜੀ ਬੜਾ ਪ੍ਰਤਿਸ਼ਠਿਤ, ਹਾਂਜੀ, ਉਹ ਹੁਣ ਸਿੰਘਾਂ ਦੀ ਮਰਿਆਦਾ ਦੀ ਛਕਣ ਲੱਗਿਆ ਵੀ ਹੱਥ ਸੁੱਚੇ ਕਰਨੇ ਤੇ ਛਕਣ ਤੋਂ ਬਾਅਦ ਵੀ ਹੱਥ ਸੁੱਚੇ ਕਰਨੇ, ਫਿਰ ਅਰਦਾਸ ਕਰਨੀ। ਆਖੋ ਵਾਹਿਗੁਰੂ ਵਾਹਿਗੁਰੂ। ਉਹ ਸੀ ਐਡਵੋਕੇਟ। ਤੇ ਜਦੋਂ ਸਾਰੇ ਸਿੰਘ ਹੱਥ ਸੁੱਚੇ ਕਰਨ ਲੱਗੇ, ਪ੍ਰਸ਼ਾਦਾ ਛਕਣ ਲੱਗਿਆ, ਕਹਿੰਦਾ ਜੀ ਅਸੀਂ ਪੜ੍ਹੇ ਲਿਖੇ ਬੰਦੇ ਆ, ਅਸੀਂ ਨਹੀਂ ਇਹੋ ਜਿਹੇ ਪਖੰਡ ਕਰਦੇ। ਤੇ ਬਾਅਦ ਵਿੱਚ ਵੀ ਉਹਨੇ ਸਾਧ ਸੰਗਤ ਜੀ ਉਹ ਨੈਪਕਿਨ ਨਾਲ ਹੀ ਹੱਥ ਪੂੰਝ ਲਏ। ਸ਼ਾਬਾਸ਼ ਇਹਦੀ ਪੜ੍ਹਾਈ ਦੇ ਜੀ। ਇਹੋ ਜਿਹੀ ਪੜ੍ਹਾਈ ਨੂੰ ਸਿਰ 'ਚ ਮਾਰਨਾ ਜੀ ਬੰਦੇ ਨੇ ਜੀ। ਖਾਣ ਤੋਂ ਪਹਿਲਾਂ ਤਾਂ ਡਾਕਟਰ ਵੀ ਕਹਿੰਦੇ ਹੱਥ ਧੋਵੋ ਜੀ। ਸੋ ਛਕਣ ਤੋਂ ਬਾਅਦ ਵੀ ਸਾਰੇ ਗੁਰੂ ਕੇ ਸਿੱਖਾਂ ਨੇ ਹੱਥ ਜਿਹੜੇ ਉਹ ਸੁੱਚੇ ਕੀਤੇ ਜੀ। ਹਾਂਜੀ, ਇਸੀ ਪ੍ਰਕਾਰ 3 ਦਿਨ ਬਾਸੇ। ਸੋ 3 ਦਿਨ ਮਹਾਰਾਜ ਸੱਚੇ ਪਾਤਸ਼ਾਹ ਫਿਰ ਉੱਥੇ ਹੀ ਰਹੇ। ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਹਾਂਜੀ, ਰੀਤ ਜਥੋਚਿਤ ਸਕਲ ਪਰਗਾਸੇ। ਤੇ ਫਿਰ ਸਾਧ ਸੰਗਤ ਜੀ ਇਸੇ ਤਰ੍ਹਾਂ ਜੋ ਪੁਰਾਤਨ ਰੀਤੀ ਰਿਵਾਜ ਸੀ ਮਹਾਰਾਜ ਨੇ ਉਸੇ ਤਰ੍ਹਾਂ ਕੀਤਾ। ਦਾਇਜ ਦੀਨ ਪਰਅੰਕ ਬਿਠਾਏ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਬਾਬਾ ਹਰੀ ਚੰਦ ਕੋਈ ਗਰੀਬ ਨਹੀਂ ਸਨ ਜੀ, ਤੇ ਗੁਰੂ ਸਾਹਿਬ ਨੂੰ ਦਾਜ ਦੀ ਭੁੱਖ ਨਹੀਂ ਸੀ ਕੀਤੀ। ਮਹਾਰਾਜ ਤਾਂ ਮਾਲਕ ਪਾਤਸ਼ਾਹਾਂ ਦੇ ਪਾਤਸ਼ਾਹ, ਤੇ ਜਿਹਦੇ ਵੱਲ ਦ੍ਰਿਸ਼ਟੀ ਕਰਦੇ ਨੇ ਉਹਦੇ ਬਾਰੇ ਨਿਆਰੇ ਹੋ ਜਾਂਦੇ ਨੇ ਜੀ। ਫਿਰ ਵੀ ਬਾਬਾ ਹਰੀ ਚੰਦ ਕਹਿੰਦੇ ਮਹਾਰਾਜ ਮੈਂ ਆਪਣੀ ਬੱਚੀ ਨੂੰ ਕੁਛ ਦੇਣਾ ਹੈ। ਤੇ ਗੁਰੂ ਸਾਹਿਬ ਨੇ ਮਾਣ ਰੱਖਿਆ ਫਿਰ ਉਹਨਾਂ ਦਾ ਜੀ। ਹਾਂਜੀ, ਵਸਤਰ ਬਿਭੂਖਨ ਧਰ ਸਮੁਦਾਏ। ਸੱਚੇ ਪਾਤਸ਼ਾਹ ਜੀ ਪਲੰਘ ਤੇ ਬੈਠੇ ਆ, ਤੇ ਫਿਰ ਬਾਬਾ ਜੀ ਨੇ, ਬਾਬਾ ਹਰੀ ਚੰਦ ਜੀ ਨੇ ਸਤਿਗੁਰੂ ਜੀ ਦੇ ਅੱਗੇ ਬਸਤਰ ਮਾਇਆ ਰੱਖੀ, ਮਹਾਰਾਜ ਨੂੰ ਮੱਥਾ ਟੇਕਿਆ। ਹਾਂਜੀ, ਜਥਾ ਸ਼ਕਤ ਬੜ ਬਾਸਨ ਦੀਨ। ਗਹਿਣੇ ਰੱਖੇ, ਫਿਰ ਆਪਣੀ ਸਮਰੱਥਾ ਦੇ ਅਨੁਸਾਰ ਭਾਂਡੇ ਵੀ ਦਿੱਤੇ ਜੀ ਉਹਨਾਂ ਨੇ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਇਹ ਸਾਧ ਸੰਗਤ ਜੀ ਪੁਰਾਤਨ ਸਮੇਂ ਦੀ ਗੱਲ ਹੀ ਹੈ ਸਾਰੀ। ਉਂਝ ਹੁਣ ਨਹੀਂ ਲੋਕ ਮੰਨਦੇ। ਬਾਣੀ ਨੇ ਵੀ ਕਿਹਾ ਹਰ ਪ੍ਰਭ ਮੇਰੇ ਬਾਬੁਲਾ, ਹਰ ਦੇਵ ਦਾਨ ਮੈਂ ਦਾਜੋ। ਗੁਰੂ ਸਾਹਿਬ ਨੂੰ ਤੇ ਭੁੱਖ ਨਹੀਂ ਹੈ, ਗੁਰੂ ਸਾਹਿਬ ਨੂੰ ਭੁੱਖ ਨਹੀਂ ਹੈ, ਪਰ ਬਾਬਾ ਹਰੀ ਚੰਦ ਜੀ ਚਾਅ ਨਾਲ ਹੀ ਕਰੀ ਜਾਂਦੇ ਆ। ਤੇ ਜੇ ਗੁਰੂ ਘਰ ਸਮਾਨ ਆ ਵੀ ਗਿਆ ਤੇ ਸੰਗਤ ਦੀ ਸੇਵਾ 'ਚ ਹੀ ਲੱਗਣਾ ਹੈ, ਲੱਗਣਾ ਤੇ ਸੰਗਤ ਦੀ ਸੇਵਾ 'ਚ ਹੀ। ਬਾਕੀ ਦਾਜ ਵਾਲਿਆਂ ਦੇ ਵੀ ਤੌਬਾ ਹੀ ਭਲੀ ਹੈ। ਇਹ ਸਾਡੀ ਇੱਕ ਮਾਤਾ ਸੀ, ਮਾਤਾ ਪੁੰਨਾ, ਉਹਦੀ ਨੂੰਹ ਦਾਜ ਨਹੀਂ ਲੈ ਕੇ ਆਈ ਤੇ ਉਹਨੇ ਮਿਹਣਾ ਮਾਰਨਾ, ਉਹਨੇ ਕਹਿਣਾ ਵੀ ਨਹੀਂ ਸੀ ਲਿਆਉਣਾ, ਖਾਲੀ ਪੇਟੀ ਲੈ ਆਉਂਦੀ। ਮੈਂ ਲੋਕਾਂ ਨੂੰ ਕਹਿਣਾ ਸੀ ਪੇਟੀ ਭਰੀ ਆਈ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੈਂ ਕਹਿਣਾ ਸੀ ਪੇਟੀ ਭਰੀ ਆਈ ਹੈ, ਖਾਲੀ ਲੈ ਆਉਂਦੀ ਕਹਿਣ ਲੱਗੀ। ਪਰ ਲਾਮਾ ਨਹੀਂ ਦੇਣਾ ਚਾਹੀਦਾ ਸਾਧ ਸੰਗਤ ਜੀ। ਬਾਬਾ ਜੀ ਨੇ ਆਪਣੀ ਤੌਰ ਤੇ ਗੁਰੂ ਸਾਹਿਬ ਨੂੰ ਭੇਟਾ ਦਿੱਤੀ ਜੀ। ਹਾਂਜੀ, ਹਾਥ ਜੋਰ ਬਿਨਤੀ ਪੁਨ ਕੀਨ। ਫਿਰ ਹੱਥ ਜੋੜੇ ਜੀ ਸੱਚੇ ਪਾਤਸ਼ਾਹ ਕੇ। ਆਪਾਂ ਵੀ ਜੋੜੀਏ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਤੇ ਸਤਿਗੁਰੂ ਜੀ ਦੇ ਅੱਗੇ ਬੇਨਤੀ ਕੀਤੀ। ਹਰੀ ਚੰਦ ਹਰਦੇਈ ਦੰਪਤ। ਬਾਬਾ ਹਰੀ ਚੰਦ ਜੀ ਤੇ ਹਰਦੇਈ ਜੀ, ਇਹ ਮਾਤਾ ਨਾਨਕੀ ਜੀ ਦੇ ਮਾਤਾ ਪਿਤਾ ਦਾ ਨਾਮ ਹੈ। ਹਾਂਜੀ, ਕਹੈ ਗੁਰੂ ਹਮ ਦਈ ਜੋ ਸੰਪਤ। ਸੱਚੇ ਪਾਤਸ਼ਾਹ ਗਰੀਬ ਨਵਾਜ
ਦੋਵੇਂ ਜੀ ਕਹਿ ਰਹੇ ਅਸੀਂ ਤੁਹਾਨੂੰ ਕੀ ਦੇ ਸਕਦੇ ਹਾਂ। ਗੁਰੂ ਜੀ ਨੇ ਜੋ ਸਾਨੂੰ ਸੰਪਤੀ ਦਿੱਤੀ, ਤੁਸਾਂ ਜੋ ਸਾਨੂੰ ਦਿੱਤਾ, ਹਾਂਜੀ, ਭੁਗਤੈ ਸਗਰੋ ਦਾਨ ਤੁਮਾਰ। ਤੁਹਾਡਾ ਦਿੱਤਾ ਹੋਇਆ ਦਾਨ ਤੇ ਅਸੀਂ ਵਰਤ ਰਹੇ ਹਾਂ ਸੱਚੇ ਪਾਤਸ਼ਾਹ। ਵਾਕਈ ਆਪਾਂ ਦਾਤੇ ਨੂੰ ਦੇ ਵੀ ਕੀ ਸਕਦੇ ਆ? ਦੇ ਸਕਦੇ ਹਾਂ ਕੁਛ? ਨਹੀਂ ਦੇ ਸਕਦੇ ਸਾਧ ਸੰਗਤ। ਹਾਂ, ਕੁਝ ਪ੍ਰੇਮ ਨਾਲ ਭੇਟ ਕਰ ਸਕਦੇ ਹਾਂ। ਹਾਂਜੀ, ਨਹਿ ਸਮ ਕੋ ਸਭ ਕੇ ਦਾਤਾਰ। ਸੱਚੇ ਪਾਤਸ਼ਾਹ ਆਪ ਜੀ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ। ਤੁਸੀਂ ਤਾਂ ਦਾਤਾਰ ਹੋ, ਤੁਹਾਡਾ ਦਿੱਤਾ ਅਸੀਂ ਨਹੀਂ, ਸਾਰੇ ਸਕਦੇ ਹਨ। ਤੇਰਾ ਦਿੱਤਾ ਖਾਵਣਾ, ਤੇਰਾ ਦਿੱਤਾ ਖਾਵਣਾ, ਤੇਰਾ ਦਿੱਤਾ ਖਾਵਣਾ। ਅੰਦਰੋਂ ਆਖੋ, ਅੰਦਰੋਂ, ਤੇਰਾ ਦਿੱਤਾ ਖਾਵਣਾ। ਨਹਿ ਸਮ ਕੋ ਸਭ ਕੇ ਦਾਤਾਰ। ਮਹਾਰਾਜ ਤੁਹਾਡੇ ਬਰਾਬਰ ਨਹੀਂ ਕੋਈ ਹੈਗਾ, ਆਪ ਹੀ ਸਾਰਿਆਂ ਨੂੰ ਦੇਣ ਵਾਲੇ ਹੋ। ਇੱਕ ਦਾਸੀ ਸੇਵਾ ਹਿਤ ਦੀਨ। ਤੇ ਸਾਧ ਸੰਗਤ ਜੀ, ਜਿੱਥੇ ਮਾਤਾ ਨਾਨਕੀ ਜੀ ਗੁਰੂ ਘਰ ਚ ਆਏ, ਨਾਲ ਇੱਕ ਦਾਸੀ ਦੇ ਵੀ ਭਾਗ ਜਾਗੇ ਜੀ। ਬਾਬਾ ਹਰੀ ਚੰਦ ਜੀ ਨੇ ਦਾਸੀ ਵੀ ਦਿੱਤੀ ਇੱਕ ਨਾਲ, ਇਹ ਵੀ ਸੇਵਾ ਕਰੇਗੀ ਗੁਰੂ ਘਰ ਦੀ ਜੀ। ਹਾਂਜੀ, ਦਾਸੀ ਦੇ ਵੀ ਭਾਗ ਜਾਗੇ ਜੀ। ਇਮ ਕਹੈ ਦੋਹਨ ਬੰਦਨਾ ਕੀਨ। ਇਹ ਕਹਿ ਕੇ ਸਾਧ ਸੰਗਤ ਜੀ ਦੋਵਾਂ ਨੇ, ਬਾਬਾ ਹਰੀ ਚੰਦ ਜੀ ਤੇ ਬਾਬਾ ਹਰਦੇਈ, ਮਾਤਾ ਹਰਦੇਈ ਜੀ, ਹਾਂਜੀ, ਇਹਨਾਂ ਮੱਥਾ ਟੇਕਿਆ। ਬਿਦਾ ਕਰੀ ਸਗਰੀ ਬਿਦ ਆਛੇ। ਤੇ ਹਰ ਪ੍ਰਕਾਰ ਨਾਲ ਵਿਧੀ ਪੂਰਵਕ ਮਰਿਆਦਾ ਸਹਿਤ ਸਾਧ ਸੰਗਤ ਜੀ 3 ਦਿਨ ਉੱਥੇ ਖੂਬ ਕਥਾ ਕੀਰਤਨ ਹੋਇਆ, ਆਨੰਦ ਵਰਤੇ। ਫਿਰ ਆਪਣੀ ਬੱਚੀ ਨੂੰ ਡੋਲੀ 'ਚ ਬਿਠਾ ਕੇ ਵਿਦਾ ਕੀਤਾ ਜੀ। ਜਾਤ ਚਲੀ ਤਨੁਜਾ ਕੋ ਪਾਛੇ। ਸਾਧ ਸੰਗਤ ਜੀ ਪੁੱਤਰੀ ਜਿਹੜੀ ਹੈ ਉਹਨੂੰ ਵੀ ਆਪ ਵਿਦਾ ਕੀਤਾ, ਬਰਾਤ ਨੂੰ ਵੀ ਵਿਦਾ ਕੀਤਾ। ਭਾਗਾਂ ਵਾਲੇ ਜਗਤ ਮਾਤਾ, ਮਾਤਾ ਨਾਨਕੀ ਜੀ, ਜਿਨ੍ਹਾਂ ਸਤਿਗੁਰੂ ਦਾ ਪੱਲਾ ਫੜਿਆ ਤੇ ਸਾਧ ਸੰਗਤ ਜੀ ਉਹ ਗੁਰੂ ਘਰ 'ਚ ਵਿਆਹ ਕੇ ਆਏ ਜੀ। ਹਾਂਜੀ, ਲਾਏ ਗਰੇ ਸੰਗ ਦ੍ਰਿਗ ਜਲ ਭਰੇ। ਉਸ ਸਮੇਂ ਮਾਤਾ ਹਰਦਈ ਜੀ ਨੇ ਬੈਰਾਗ ਵੀ ਕੀਤਾ ਜੀ, ਆਪਣੀ ਬੱਚੀ ਨੂੰ ਗਲੇ ਲਾ ਕੇ। ਆਪਰ ਸਹੇਲੀ ਮਿਲਬੋ ਕਰੇ। ਹੋਰ ਜੋ ਨਾਲ ਦੀਆਂ ਸਾਥਣਾਂ ਸਨ ਮਾਤਾ ਜੀ, ਉਹਨਾਂ ਨੂੰ ਵੀ ਮਿਲੇ ਜੀ ਪ੍ਰੇਮ ਨਾਲ। ਵਿਦਾ ਹੋਏ ਸਤਿਗੁਰ ਚੱਲ ਪਰੇ। ਤੇ ਸਤਿਗੁਰੂ ਜੀ ਵਿਦਾ ਹੋ ਕੇ ਵਾਪਸ ਗੁਰੂ ਕੇ ਮਹਿਲਾਂ ਨੂੰ ਤੁਰ ਪਏ ਜੀ। ਆਪਣੇ ਸਦਨ ਆਏ ਬੋ ਕਰੇ। ਆਪਣੇ ਸਦਨ, ਆਪਣੇ ਘਰ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਆਏ। ਇਸ ਤਰੀਕੇ ਨਾਲ ਸਤਿਗੁਰੂ ਗਰੀਬ ਨਵਾਜ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਜਗਤ ਮਾਤਾ ਮਾਤਾ ਨਾਨਕੀ ਸਾਹਿਬ ਜੀ ਦੇ ਸ਼ੁਭ ਆਨੰਦ ਕਾਰਜ ਹੋਏ ਜੀ। ਆਪ ਸਾਰਿਆਂ ਨੂੰ ਇਸ ਕਥਾ ਦੀ ਤੇ ਵਿਆਹ ਦੀ ਬਹੁਤ ਬਹੁਤ ਵਧਾਈ ਹੋਵੇ ਜੀ। ਹੁਣ ਖਾਲਸਾ ਜੀ ਕਹਿੰਦੇ, ਮਾਂ ਵਰਗਾ ਕਣਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ, ਜਿਸ ਤੋਂ ਛਾਂ ਉਧਾਰੀ ਲੈ ਕੇ ਰੱਬ ਨੇ ਸਵਰਗ ਬਣਾਏ। ਇੱਕ ਸਿਆਣਾ ਲਿਖਦਾ, ਉਹ ਕਹਿੰਦਾ ਜੇ ਧਰਤੀ ਤੇ ਕਿਤੇ ਜੰਨਤ ਹੈ, ਉਹ ਮਾਂ ਦੇ ਚਰਨਾਂ ਦੇ ਵਿੱਚ ਹੈ, ਮਾਂ ਦੇ ਚਰਨਾਂ 'ਚ। ਅੱਜ ਸਾਡੇ ਧਰਮ ਦੇ ਮਾਤਾ ਜੀ, ਧੰਨ ਮਾਤਾ ਜੀ, ਮਾਤਾ ਸਾਹਿਬ ਕੌਰ ਜੀ ਦਾ ਜਨਮ ਦਿਨ ਹੈ ਸਾਧ ਸੰਗਤ ਜੀ। ਮਾਂ ਜੀ ਦੇ ਜਨਮ ਦਿਨ ਦੀ ਆਪ ਜੀ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ। ਥੋੜਾ ਜਿਹਾ ਮੈਂ ਮਾਤਾ ਜੀ ਦੇ ਬਾਰੇ ਬੇਨਤੀ ਕਰਕੇ ਖਿਮਾ ਮੰਗ ਲਵਾਂਗਾ। ਮਾਤਾ ਜੀ, ਮਾਤਾ ਸਾਹਿਬ ਕੌਰ ਜੀ, ਗੁਰਮੁਖ ਪਿਆਰੇ ਮਾਤਾ ਸਾਹਿਬ ਦੇਵਾਂ ਵੀ ਕਹਿੰਦੇ ਹਨ ਜੀ। ਸਾਡੀਆਂ ਸੰਪਰਦਾਵਾਂ ਨਿਹੰਗ ਸਿੰਘ ਮਹਾਂਪੁਰਖ ਮਾਤਾ ਜੀ ਨੂੰ ਮਾਤਾ ਸਾਹਿਬ ਦੇਵਾਂ ਵੀ ਕਹਿੰਦੇ ਆ। ਮੈਂ ਕਹਿੰਦਾ ਮਾਂ ਨੂੰ ਮਾਤਾ ਸਾਹਿਬ ਕੌਰ ਕਹਿ ਲਓ, ਮਾਤਾ ਸਾਹਿਬ ਦੇਵਾਂ ਕਹਿ ਲਓ, ਜਾਂ ਮਾਤਾ ਸਾਹਿਬ ਦੇਵਾਂ ਕੌਰ ਕਹਿ ਲਓ, ਜਿਵੇਂ ਕਹਿਣਾ ਪਿਆਰ 'ਚ ਕਹੋ, ਮਾਂ ਜੀ ਉਵੇਂ ਹੀ ਭਾਗ ਲਾਉਣਗੇ ਜੀ। ਬੱਚਾ ਮਾਂ ਨੂੰ ਪਿਆਰ ਨਾਲ ਆਵਾਜ਼ ਮਾਰਦਾ। ਆਪਣੇ ਪੰਜਾਬ 'ਚ ਤੇ ਕੋਈ ਮਾਤਾ ਵੀ ਕਹਿੰਦਾ, ਤੇ ਅੰਗਰੇਜ਼ੀ ਦਾ ਸ਼ਬਦ ਮੰਮੀ ਹੈ, ਤੇ ਸਾਡੇ ਪੰਜਾਬੀਆਂ ਉਹ ਵੀ ਸ਼ਬਦ ਵਿਗਾੜਤਾ। ਉਹ ਕਹਿੰਦੇ ਨਹੀਂ ਮੰਮੀਏ,
ਉਹ ਇਸ ਤਰ੍ਹਾਂ ਕਹਿੰਦੇ ਆ ਜੀ, ਪਰ ਉਹਦੇ 'ਚ ਵੀ ਪਿਆਰ ਹੁੰਦਾ ਹੈ, ਉਹਦੇ 'ਚ ਵੀ ਪਿਆਰ ਹੁੰਦਾ ਹੈ ਸਾਧ ਸੰਗਤ ਜੀ। ਮਾਤਾ ਜੀ, ਮਾਤਾ ਸਾਹਿਬ ਕੌਰ ਜੀ, ਜਿਵੇਂ ਸ਼ਬਦ ਵਰਤਣਾ ਪਿਆਰ ਨਾਲ। ਪਾਕਿਸਤਾਨ ਰੋਹਤਾਸ ਮਾਤਾ ਜੀ ਦਾ ਆਗਮਨ ਹੁੰਦਾ ਹੈ ਜੀ। ਬੜੇ ਧਿਆਨ ਨਾਲ ਸੁਣਿਓ। ਬਾਬਾ ਰਾਮੂ ਜੀ ਹੋਏ ਆ ਉੱਥੇ। ਮਾਤਾ ਜੀ, ਮਾਤਾ ਜਸਦੇਈ ਜੀ, ਉਹਨਾਂ ਦੇ ਗ੍ਰਹਿ ਵਿਖੇ ਮਾਤਾ ਜੀ ਦਾ ਆਗਮਨ ਹੋਇਆ। ਬਾਕੀ ਸਭ ਮਾਤਾਵਾਂ ਦੀ ਖੇਡ ਇੱਕ ਬੰਨੇ ਹੈ, ਸਾਡੇ ਖਾਲਸੇ ਤੇ ਮਾਤਾ ਜੀ ਦੀ ਖੇਡ ਇੱਕ ਬੰਨੇ ਹੈ। ਥੋੜਾ ਧਿਆਨ ਨਾਲ ਜੀਵਨ ਸੁਣਿਓ, ਕਿਉਂ ਰੋਜ਼ ਰੋਜ਼ ਮਾਤਾ ਸਾਹਿਬ ਦੇਵਾਂ ਜੀ ਦੀ, ਸਾਹਿਬ ਕੌਰ ਜੀ ਦੀ ਕਥਾ ਨਹੀਂ ਹੁੰਦੀ ਮਾਤਾ ਜੀ ਦੀ। ਮਾਤਾ ਜੀ ਦਾ ਜਿੱਥੇ ਆਗਮਨ ਹੋਇਆ, ਉਹ ਇਲਾਕਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਪਹਿਲਾਂ ਹੀ ਬਖਸ਼ਿਆ ਹੋਇਆ ਸੀਗਾ ਜੀ। ਗੁਰੂ ਨਾਨਕ ਸਾਹਿਬ ਰੋਹਤਾਸ ਗਏ ਸਨ। ਉੱਥੇ ਇੱਕ ਸਿੱਖ ਸੀ, ਭਾਈ ਭਗਤੂ ਜੀ। ਭਾਈ ਭਗਤੂ ਜੀ ਨੇ ਸਤਿਗੁਰੂ ਜੀ ਦੀ ਬੜੀ ਸੇਵਾ ਕੀਤੀ। ਸਤਿਗੁਰੂ ਜੀ ਨੂੰ ਬੇਨਤੀ ਵੀ ਕੀਤੀ, ਮਹਾਰਾਜ ਪੀਣ ਦੇ ਯੋਗ ਪਾਣੀ ਨਹੀਂ ਹੈਗਾ ਜੀ। ਪਹਿਲੇ ਸਮੇਂ 'ਚ ਦਿੱਕਤ ਸੀਗੀ ਸਾਧ ਸੰਗਤ ਜੀ। ਛੱਪੜ ਸਨ, ਨਹਿਰਾਂ ਸਨ, ਕਈ ਤਾਂ ਬਹੁਤ ਸਾਫ਼ ਸਨ, ਪਰ ਕਈ ਸਾਫ਼ ਨਹੀਂ ਸੀ ਹੁੰਦੀਆਂ। ਉਹਨਾਂ ਦਾ ਪਾਣੀ ਪੀਣ ਦੇ ਯੋਗ ਨਹੀਂ ਸੀ ਹੁੰਦਾ ਜੀ। ਸਤਿਗੁਰੂ ਪੀਣ ਦੇ ਯੋਗ ਪਾਣੀ ਨਹੀਂ ਹੈਗਾ। ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਇੱਥੋਂ ਪੱਥਰ ਚੁੱਕੋ। ਪੱਥਰ ਚੁੱਕਿਆ, ਥੱਲੋਂ ਚੋਆ ਨਿਕਲਿਆ ਜੀ। ਚੋ ਪ੍ਰਗਟ ਹੋ ਗਈ ਜੀ। ਉੱਥੇ ਗੁਰਦੁਆਰਾ ਸਾਹਿਬ ਬਣਿਆ ਰੋਹਤਾਸ 'ਚ, ਚੋਆ ਸਾਹਿਬ। ਕਹਿੰਦੇ ਉਹ ਜਿਹੜਾ ਪਾਣੀ ਹੈ ਨਾ, ਜਿਹਨੂੰ ਆਪਾਂ ਮਿਨਰਲ ਵਾਟਰ ਕਹਿੰਦੇ ਆ, ਉਹਦੇ ਤੋਂ ਵੀ 100 ਗੁਣਾ ਵੱਧ ਸ਼ੁੱਧ ਹੈਗਾ ਜੀ ਅੱਜ ਵੀ ਪੀਣ ਵਿੱਚ, ਜਿਹੜੀ ਗੁਰੂ ਨਾਨਕ ਸਾਹਿਬ ਨੇ ਉੱਥੇ ਬਖਸ਼ਿਸ਼ ਕੀਤੀ। ਉੱਥੇ ਸਿੱਖੀ ਦਾ ਖੂਬ ਪ੍ਰਸਾਰ ਹੋਇਆ। ਉੱਥੇ ਫਿਰ ਸਾਧ ਸੰਗਤ ਜੀ ਸਾਡੀ ਮਾਂ ਨੇ ਜਨਮ ਲਿਆ ਜੀ। ਉੱਥੇ ਜਨਮ ਲਿਆ। ਪਿਛਲੇ ਜਨਮਾਂ ਦੀ ਪੂਰਬਲੀ ਭਗਤੀ ਬਹੁਤ ਜ਼ਿਆਦਾ ਹੈ। ਬਾਬਾ ਰਾਮੂ ਜੀ ਤੇ ਮਾਤਾ ਜਸਦਈ ਜੀ ਦੇ ਘਰ ਵਿੱਚ ਮਾਤਾ ਸਾਹਿਬ ਜੀ ਦਾ ਆਗਮਨ ਹੋਇਆ, ਤੇ ਪਹਿਲਾਂ ਸੰਤਾਨ ਨਹੀਂ ਸੀ ਹੁੰਦੀ। ਫਿਰ ਬਾਬਾ ਰਾਮੂ ਜੀ ਭਜਨ ਬੰਦਗੀ ਕਮਾਈ ਵਾਲੇ ਸਨ। ਉਹਨਾਂ ਅਰਦਾਸ ਕੀਤੀ ਸੀ ਵੀ ਜਿਹੜੀ ਸੰਤਾਨ ਹੋਏਗੀ, ਗੁਰੂ ਨਾਨਕ ਸਾਹਿਬ ਤੁਹਾਡੇ ਚਰਨਾਂ 'ਚ ਅਰਪਿਤ ਕਰ ਦਿਆਂਗੇ। ਫਿਰ ਮਾਤਾ ਜੀ ਦਾ ਆਗਮਨ ਹੋਇਆ, ਤੇ ਇੱਕ ਮਾਤਾ ਜੀ ਦਾ ਭਰਾ ਸੀਗਾ ਜੀ। ਤੇ ਸਾਧ ਸੰਗਤ ਜੀ, ਉਹ ਮਾਤਾ ਜੀ ਦਾ ਨਾਮ ਸਾਹਿਬ ਦੇਵਾ ਰੱਖਿਆ, ਤੇ ਭਰਾ ਦਾ ਨਾਮ ਸਾਹਿਬ ਦੇਵ ਰੱਖਿਆ ਜੀ। ਸਾਹਿਬ ਦੇਵ, ਸਾਹਿਬ ਦੇਵਾ, ਇਸ ਤਰ੍ਹਾਂ ਨਾਮ ਰੱਖੇ ਗਏ। ਤੇ ਮਾਤਾ ਜੀ ਦਾ ਜਦੋਂ ਆਗਮਨ ਹੀ ਹੋ ਗਿਆ ਨਾ, ਤੇ ਬਾਬਾ ਰਾਮੂ ਜੀ ਨੇ ਉਦੋਂ ਹੀ ਸਾਧ ਸੰਗਤ ਜੀ ਫੁਰਨਾ ਬਣਾ ਲਿਆ, ਇਹ ਮੈਂ ਆਪਣੀ ਧੀ 10ਵੇਂ ਪਾਤਸ਼ਾਹ ਦੀ ਦਾਸੀ ਬਣਾਉਣੀ ਹੈ, ਗੁਰੂ ਸਾਹਿਬ ਨਾਲ ਪਰਨਾਉਣੀ ਹੈ, ਗੁਰੂ ਸਾਹਿਬ ਨਾਲ। ਹੁਣ ਉਹ ਚੇਤਾ ਰੱਖਿਓ, ਬਾਬਾ ਰਾਮੂ ਜੀ ਦੇ ਮਨ 'ਚ ਵੀ ਐਵੇਂ ਨਹੀਂ ਫੁਰਨਾ ਬਣ ਸਕਦਾ। ਇਹ ਵੀ ਕੋਈ ਧੁਰੋਂ ਹੀ ਖੇਡ ਸੀਗੀ ਜਿਹੜਾ ਇਹ ਫੁਰਨਾ ਬਣਿਆ। ਬੜੇ ਘੱਟ ਸਿੱਖਾਂ ਦੇ ਬਣੇ ਜੀ। ਰੋਹਤਾਸ ਦਾ ਜਿੰਨਾ ਇਲਾਕਾ ਸੀ ਨਾ, ਉਸੇ ਦਿਨ ਤੋਂ ਹੀ ਮਾਤਾ ਸਾਹਿਬ ਦੇਵਾਂ ਜੀ ਨੂੰ, ਸਾਹਿਬ ਕੌਰ ਜੀ ਕਹਿ ਲਓ, ਦੇਵਾਂ ਕਹਿ ਲਓ, ਫਿਰ ਬੇਨਤੀ, ਮਾਤਾ ਜੀ ਨੂੰ ਕੋਈ ਨਾਮ ਲੈ ਕੇ ਨਹੀਂ ਸੀ ਬੁਲਾਉਂਦਾ। ਸਾਰੇ ਉਸ ਦਿਨ ਤੋਂ ਮਾਤਾ ਜੀ ਕਹਿੰਦੇ ਸਨ। ਛੋਟੀ ਉਮਰ ਦੇ ਸਨ, 5 ਸਾਲਾਂ ਦੇ, 6 ਸਾਲਾਂ ਦੇ, 10 ਸਾਲਾਂ ਦੇ ਹੋਏ, ਪਰ ਸਾਰੇ ਸਿੱਖ ਸਤਿਕਾਰ ਉਸੇ ਦਿਨ ਤੋਂ ਕਰਨ ਲੱਗ ਪਏ, ਮਾਤਾ ਜੀ ਕਹਿਣ ਲੱਗ ਪਏ। ਮਾਤਾ ਜੀ ਕਹਿੰਦੇ। ਤੇ ਸਾਧ ਸੰਗਤ ਜੀ 1699 ਦੀ ਵਿਸਾਖੀ ਨੂੰ ਸਤਿਗੁਰੂ ਜੀ ਨੇ, ਮਹਾਰਾਜ ਨੇ ਖਾਲਸਾ ਸਾਜਿਆ। ਉਦੋਂ ਮਾਤਾ ਜੀ ਮਹਾਰਾਜ ਦੀ ਹਾਜ਼ਰੀ 'ਚ ਨਹੀਂ ਸੀ ਆਏ ਜੀ। ਪਤਾਸੇ ਮਾਤਾ ਜੀਤੋ ਜੀ ਨੇ ਪਾਏ ਆ ਜੀ। 1700 ਸੰਮਤ ਵਿੱਚ, ਵਾਹਿਗੁਰੂ 1700 ਈਸਵੀ ਸਨ 'ਚ 18 ਵਿਸਾਖ ਵਾਲੇ ਦਿਨ ਸਾਰੀਆਂ ਸੰਗਤਾਂ, ਰੋਹਤਾਸ ਦੀਆਂ ਸੰਗਤਾਂ, ਬਾਬਾ ਜੀ, ਬਾਬਾ ਰਾਮੂ ਜੀ ਹੋਣੀ
ਸੰਗਤਾਂ ਦੇ ਸਮੇਤ ਆਏ ਔਰ ਨਾਲ ਹੀ ਮਾਤਾ ਜੀ ਨੂੰ ਵੀ ਲੈ ਕੇ ਆਏ ਜੀ। ਤੇ ਸਾਰੇ ਸਿੱਖ ਬੇਨਤੀਆਂ ਕਰ ਰਹੇ। ਜਦੋਂ ਬਾਬਾ ਰਾਮੂ ਜੀ ਦੀ ਵਾਰੀ ਆਈ, ਬਾਬਾ ਰਾਮੂ ਜੀ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੈਂ ਵੀ ਕੁਝ ਭੇਟ ਕਰਨਾ ਹੈ। ਵੇਖੋ ਕੱਲ ਬੰਦੀ ਛੋੜ ਹੈ, ਦੀਵਾਲੀ ਹੈ, ਹਰ ਇੱਕ ਦੀ ਭੇਟਾ ਦਾ ਆਪੋ ਆਪਣਾ ਤਰੀਕਾ ਚ ਪਿਆਰੇ। ਮਹਾਰਾਜ ਮੈਂ ਵੀ ਕੁਝ ਭੇਟਾ ਕਰਨਾ ਹੈ। ਮਹਾਰਾਜ ਕਹਿੰਦੇ ਦੱਸੋ। ਪਤਾ ਤੇ ਸਤਿਗੁਰੂ ਨੂੰ ਸਾਰੀ ਗੱਲ ਦਾ। ਮਹਾਰਾਜ ਸੱਚੇ ਪਾਤਸ਼ਾਹ ਜਦੋਂ ਦੀ ਮੇਰੇ ਘਰ 'ਚ ਕੰਨਿਆ ਹੋਈ ਹੈ, ਬੜੀ ਤੇਜ ਪ੍ਰਤਾਪ ਵਾਲੀ ਹੈ, ਅਰਦਾਸ ਵੀ ਕੀਤੀ ਸੀ ਪਰ ਉਹਦੇ ਤੋਂ ਬਾਅਦ ਫੁਰਨਾ ਵੀ ਬਣਾ ਲਿਆ ਸੀ। ਇਹ ਧੀ ਮਹਾਰਾਜ ਮੈਂ ਆਪ ਜੀ ਦੇ ਚਰਨਾਂ ਵਿੱਚ ਰੱਖਣੀ, ਆਪ ਜੀ ਨਾਲ ਪਰਨਾਉਣੀ ਹੈ, ਤੁਹਾਡੀ ਦਾਸੀ ਬਣਾਉਣੀ ਹੈ। ਸਤਿਗੁਰੂ ਜੀ ਨੇ ਫਿਰ ਕੀ ਕਿਹਾ ਜੀ? ਮਹਾਰਾਜ ਕਹਿਣ ਲੱਗੇ ਵੀ ਸਾਡੇ ਤੇ ਅੱਗੇ 2 ਵਿਆਹ ਹੋਏ, ਮਾਤਾ ਜੀਤੋ ਜੀ ਵੱਖਰੇ ਨੇ, ਮਾਤਾ ਸੁੰਦਰੀ ਜੀ ਵੱਖਰੇ ਨੇ। ਸਾਹਿਬਜ਼ਾਦਿਆਂ ਦੇ ਜਨਮ ਹੋ ਚੁੱਕੇ ਹੈ। ਮਹਾਰਾਜ ਕਹਿਣ ਲੱਗੇ ਅਸੀਂ ਗ੍ਰਸਥ ਧਰਮ ਵਿੱਚ ਅੱਗੇ ਪ੍ਰਵਿਰਤ ਹਾਂ। ਪਰ ਸਾਰੇ ਸਿੱਖਾਂ ਬੇਨਤੀ ਕੀਤੀ, ਮਹਾਰਾਜ ਇਹਨਾਂ ਨੂੰ, ਮਾਤਾ ਜੀ ਨੂੰ ਕਿਸੇ ਨੇ ਕਦੀ ਬੱਚੀ ਦੀ ਦ੍ਰਿਸ਼ਟੀ ਨਾਲ ਨਹੀਂ ਦੇਖਿਆ, ਸਾਰੇ ਮਾਤਾ ਜੀ ਕਹਿੰਦੇ ਸਨ। ਮਾਤਾ ਜੀ ਕਹਿੰਦੇ ਮਹਾਰਾਜ ਤੁਸੀਂ ਪ੍ਰਵਾਨ ਕਰੋ। ਫਿਰ ਸਤਿਗੁਰੂ ਜੀ ਨੇ ਆਖਿਆ, ਮਹਾਰਾਜ ਕਹਿੰਦੇ ਠੀਕ ਹੈ ਅਸੀਂ ਪ੍ਰਵਾਨ ਕਰਦੇ ਹਾਂ, ਪਰ ਇਹਨਾਂ ਨੂੰ ਆਖੋ ਸਰੀਰਕ ਸੰਬੰਧ ਨਹੀਂ, ਜੇ ਆਤਮਿਕ ਸੰਬੰਧ ਪ੍ਰਵਾਨ ਹੈ ਤਾਂ ਵਿਆਹ ਹੋ ਜਾਏਗਾ। ਸਾਧ ਸੰਗਤ ਜੀ, ਬਾਬਾ ਬੁੱਢਾ ਜੀ ਦੀ ਕੁੱਲ ਚੋਂ ਬਾਬਾ ਗੁਰਬਖਸ਼ ਸਿੰਘ ਜੀ, ਭਾਈ ਰਾਮ ਕੋਏ ਜੀ ਨੇ ਲਾਵਾਂ ਪੜ੍ਹੀਆਂ ਤੇ ਫਿਰ ਲਾਵਾਂ ਹੋਈਆਂ 10ਵੇਂ ਪਾਤਸ਼ਾਹ ਦੇ ਨਾਲ। ਕੁਵਾਰਾ ਡੋਲਾ ਰਿਹਾ, ਕੁਵਾਰਾ ਡੋਲਾ ਜੀ ਰਹਿੰਦੇ ਮਹਾਰਾਜ ਮਾਤਾਵਾਂ ਬਾਕੀਆਂ ਦੇ ਨਾਲ ਨੇ, ਮਾਤਾ ਗੁਜਰੀ ਜੀ ਦਾ ਸਤਿਕਾਰ ਕਰਦੇ ਆ, ਸੇਵਾ ਕਰਦੇ ਆ, ਪਰ ਰਿਹਾ ਕੁਵਾਰਾ ਡੋਲਾ ਜੀ। ਜਪ ਤਪ ਸੇਵਾ ਸਿਮਰਨ ਕਰਨਾ, ਪਿਛਲੇ ਜਨਮ ਦੀ ਜਿਹੜੀ ਬੰਦਗੀ ਹੈ ਉਹ ਅੱਗੇ ਆਈ ਹੋਈ ਹੈ ਜੀ, ਸਾਰੀ ਜੀ ਅੱਗੇ ਆਈ ਹੈ। ਤੇ ਫਿਰ ਸੇਵਾ ਸਿਮਰਨ ਕਰ ਰਹੇ ਆ। ਇੱਕ ਦਿਨ ਫਿਰ ਮਾਤਾ ਜੀ ਨੇ, ਸਾਰੇ ਸੰਗਤ ਮਾਤਾ ਜੀ ਕਹਿੰਦੇ, ਮਾਤਾ ਜੀ ਮਹਾਰਾਜ ਦੇ ਕੋਲ ਆਏ। ਸਤਿਗੁਰੂ ਨੂੰ ਪਤਾ ਮਾਤਾ ਜੀ ਦੇ ਮਨ 'ਚ ਕੋਈ ਫੁਰਨਾ ਆ ਗਿਆ। ਮਹਾਰਾਜ ਕਹਿੰਦੇ ਸਾਹਿਬ ਜੀ ਦੱਸੋ ਕੀ ਫੁਰਨਾ? ਤੇ ਫਿਰ ਮਾਤਾ ਜੀ ਨੇ ਕਿਹਾ ਜੀ ਹਰ ਇਸਤਰੀ ਚਾਹੁੰਦੀ ਹੈ ਮੇਰੇ ਘਰ ਸੰਤਾਨ ਹੋਵੇ, ਮੈਂ ਵੀ ਚਾਹੁੰਦੀ ਹਾਂ ਮੇਰਾ ਵੀ ਕੋਈ ਪੁੱਤ ਹੋਵੇ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਸਤਿਗੁਰੂ ਜੀ 2 ਮਿੰਟ ਸ਼ਾਂਤ ਹੋਏ। ਫਿਰ ਸਤਿਗੁਰੂ ਜੀ ਨੇ ਵਿਚਾਰ ਕੇ ਕਿਹਾ, ਕਹਿੰਦੇ ਠੀਕ ਹੈ ਤੁਹਾਡੀ ਆਸ ਪੂਰੀ ਹੋਏਗੀ। ਆਮ ਮਾਂ ਦਾ ਪੁੱਤ ਪੈਦਾ ਹੁੰਦਾ, ਉਹਦੀ ਮੌਤ ਹੁੰਦੀ ਹੈ, ਤੁਹਾਡੇ ਘਰ ਜਿਹੜਾ ਪੁੱਤ ਪੈਦਾ ਹੋਏਗਾ ਉਹਦੀ ਮੌਤ ਨਹੀਂ ਹੋਏਗੀ। ਪੁੱਛਿਆ ਜੀ ਉਹ ਕਿਵੇਂ? ਮਹਾਰਾਜ ਕਹਿੰਦੇ ਝੋਲੀ ਕਰੋ। ਝੋਲੀ ਕੀਤੀ। ਸਤਿਗੁਰਾਂ ਨੇ ਝੋਲੀ 'ਚ ਬਚਨ ਪਾਤਾ, ਸਾਡਾ ਜਿੰਨਾ ਖਾਲਸਾ ਪੁੱਤਰ ਹੈ ਅੱਜ ਤੋਂ ਬਾਅਦ ਸਾਰੇ ਖਾਲਸੇ ਦੀ ਮਾਤਾ ਤੁਸੀਂ ਹੋਵੋਗੇ। ਗਿਆਨ ਲੱਗੇ ਜਿੰਨੇ ਸਾਡੇ ਗੁਰੂ ਕੇ ਸਿੱਖ ਹਨ ਸਾਨੂੰ ਧਰਮ ਦਾ ਪਿਤਾ ਮੰਨਦੇ ਆ। ਹੁਣ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਧਰਮ ਦਾ ਪਿਤਾ ਮੰਨਦੇ ਹਾਂ। ਕਹਿੰਦੇ ਆ ਨਾ, ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ। ਮਹਾਰਾਜ ਧਰਮ ਦੇ ਪਿਤਾ ਨੇ। ਮਹਾਰਾਜ ਕਹਿਣ ਲੱਗੇ ਜਿਹੜੇ ਸਾਨੂੰ ਧਰਮ ਦੇ ਪਿਤਾ ਮੰਨਦੇ ਨੇ ਤੁਹਾਨੂੰ ਉਹ ਧਰਮ ਦੇ ਮਾਤਾ ਮੰਨਿਆ ਕਰਨਗੇ। ਇਸੇ ਕਰਕੇ ਸਾਡਾ ਪਿੰਡ ਆਨੰਦਪੁਰ ਸਾਹਿਬ, ਨਾਨਕੇ ਕਿਹੜੇ ਨੇ? ਗੁਰੂ ਕੇ ਲਾਹੌਰ। ਪਿਤਾ ਕੌਣ ਨੇ? ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ। ਸਾਡੀ ਮਾਂ ਕੌਣ ਹੈ? ਮਾਤਾ ਸਾਹਿਬ ਕੌਰ ਜੀ। ਸੱਚੇ ਪਾਤਸ਼ਾਹ ਜੀ ਨੇ ਮਾਤਾ ਜੀ ਨੂੰ ਬਚਨ ਦਿੱਤਾ, ਬਹੁਤ ਵੱਡਾ ਜਤ ਸਤ ਮਾਤਾ ਜੀ ਦਾ। ਬ੍ਰਹਮ ਗਿਆਨ ਦੀ ਅਵਸਥਾ, ਭਜਨ ਬੰਦਗੀ ਦੇ ਵਿੱਚ ਸਦਾ ਹੀ ਮਾਤਾ ਜੀ ਲੀਨ ਰਹਿੰਦੇ ਆ। ਤੇ ਸਾਧ ਸੰਗਤ ਜੀ, ਮਾਤਾ ਜੀ ਫਿਰ 3-4 ਸਾਲ ਸ੍ਰੀ ਅਨੰਦਪੁਰ ਸਾਹਿਬ ਵਿੱਚ ਰਹੇ ਜੀ। ਸਮਾਂ ਆ ਗਿਆ, ਭਾਈ ਮਨੀ ਸਿੰਘ ਜੀ
ਤੇ ਦੇ ਨਾਲ ਮਾਤਾ ਜੀ ਹੋਣਾ ਨੂੰ ਦਿੱਲੀ ਜਾਣਾ ਪਿਆ ਜੀ। ਉਹ ਕਿਵੇਂ? ਮਹਾਰਾਜ ਦਮਦਮਾ ਸਾਹਿਬ ਸਨ ਤੇ ਮਾਤਾ ਜੀ ਹੋਣੀ, ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਜੀ ਇਕੱਠੇ ਰਹਿੰਦੇ ਆ ਜੀ, ਦਿੱਲੀ ਰਹਿੰਦੇ ਨੇ ਉਹ ਜੀ। ਪਤਾ ਲੱਗਾ, ਖਬਰ ਪਹੁੰਚਾਈ, ਵੇਖੋ ਕਿਹੋ ਜੀ ਖੇਡ, ਉਹ ਮਾਹੌਲ ਕਿਹੋ ਜਿਹਾ ਸੀ। ਮਾਤਾਵਾਂ ਨੂੰ ਪਤਾ ਹੀ ਕੋਈ ਨਹੀਂ ਹੈ ਸਾਡਾ ਪਤੀ ਕਿੱਥੇ ਹੈ। ਕਿਹੋ ਜਿਹਾ ਸਮਾਂ ਸੀ, ਇਤਿਹਾਸ ਕਿਹੋ ਜਿਹਾ ਮੋੜ ਕੱਟ ਗਿਆ, ਸਾਡੇ ਪੁੱਤਰ ਕਿੱਥੇ ਨੇ। ਪਤਾ ਲੱਗਾ ਮਹਾਰਾਜ ਮਾਲਵੇ ਦੀ ਧਰਤੀ ਤੇ ਹਨ। ਭਾਈ ਮਨੀ ਸਿੰਘ ਜੀ ਦੇ ਨਾਲ ਮਾਤਾ ਜੀ ਹੋਣੀ ਚੱਲ ਕੇ ਸਾਧ ਸੰਗਤ ਜੀ ਫਿਰ ਮਾਲਵੇ ਚ ਆਏ ਜੀ। ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਜੀ ਆਏ, ਦੀਵਾਨ ਸੱਜਿਆ। ਸੱਜੇ ਹੋਏ ਦੀਵਾਨ ਵਿੱਚ ਚਾਰੋਂ ਪੁੱਤਰਾਂ ਚੋਂ ਇੱਕ ਵੀ ਪੁੱਤਰ ਨਹੀਂ ਵਿਖਿਆ ਜੀ। ਮਾਤਾਵਾਂ ਨੂੰ ਉੱਥੇ ਖਬਰ ਮਿਲੀ ਸਾਹਿਬਜ਼ਾਦਿਆਂ ਦੀ। ਪੁੱਛਿਆ ਕਿ ਸਾਡੇ ਪੁੱਤਰ ਕਿੱਥੇ ਨੇ? ਕਿਉਂ ਮਾਤਾ ਸਾਹਿਬ ਕੌਰ ਜੀ ਵੀ ਸਾਹਿਬਜ਼ਾਦਿਆਂ ਨੂੰ ਪੁੱਤਰਾਂ ਵਾਂਗੂ ਪਿਆਰ ਕਰਦੇ ਆ ਜੀ। ਸਾਡੇ ਪੁੱਤਰ ਕਿੱਥੇ ਨੇ? ਕਹਿਣ ਲੱਗੇ ਜੀ ਉਹ ਤਾਂ ਸ਼ਹੀਦ ਹੋ ਗਏ। ਦੋਵਾਂ ਮਾਵਾਂ ਨੇ ਬੈਰਾਗ ਕੀਤਾ ਜੀ। ਜਦੋਂ ਦੋਵਾਂ ਨੇ ਬੈਰਾਗ ਕੀਤਾ, ਸਤਿਗੁਰੂ ਨੇ ਬਚਨ ਕੀਤਾ, ਰੋਣਾ ਨਹੀਂ, ਬੈਰਾਗ ਨਹੀਂ ਕਰਨਾ। ਚਾਰ ਮੂਏ ਤੋਂ ਕਿਆ ਭਇਆ, ਜੀਵਤ ਕਈ ਹਜ਼ਾਰ, ਇਨ ਪੁੱਤਰਨ ਕੇ ਸੀਸ ਪਰਵਾਰ ਦੀਏ ਸੁਤ ਚਾਰ। ਮੈਂ ਸੱਚੀ ਗੱਲ ਕਹਿ ਰਿਹਾ ਸਾਧ ਸੰਗਤ ਜੀ, ਸਤਿਗੁਰੂ ਨੇ ਸਾਨੂੰ ਪੁੱਤਰ ਕਿਹਾ ਪਰ ਸਾਡੇ ਕੋ ਪੁੱਤ ਬਣਿਆ ਨਹੀਂ ਜੇ ਜਾਂਦਾ। ਦਸ਼ਮੇਸ਼ ਜੀ ਦੇ ਪੁੱਤਰ ਬਣਨਾ ਸੌਖੀ ਬਾਤ ਨਹੀਂ ਹੈ। ਮਾਤਾਵਾਂ ਨੂੰ ਮਹਾਰਾਜ ਨੇ ਆਤਮ ਸੱਤਿਆ ਨਾਲ ਧੀਰਜ ਦਿੱਤਾ ਜੀ। ਮਾਹੌਲ ਵਿਚਾਰਦਿਆਂ ਸਤਿਗੁਰਾਂ ਨੇ ਫਿਰ ਦਿੱਲੀ ਭੇਜਿਆ ਜੀ। ਮਹਾਰਾਜ ਕਹਿੰਦੇ ਤੁਸੀਂ ਦਿੱਲੀ ਜਾਓ। ਮਾਤਾ ਜੀ ਹੋਣੀ ਦੋਵੇਂ ਮਾਤਾਵਾਂ ਦਿੱਲੀ ਵਿੱਚ ਗਈਆਂ, ਉੱਥੇ ਰਹੇ। ਫਿਰ ਸਤਿਗੁਰੂ ਦਾ ਸਮਾਂ ਇਹੋ ਜਿਹਾ ਬਣਿਆ, ਸੱਚੇ ਪਾਤਸ਼ਾਹ ਜੀ ਨੇ ਨੰਦੇੜ ਵੱਲ ਨੂੰ ਕੂਚ ਕੀਤਾ ਜੀ। ਜਦੋਂ ਨੰਦੇੜ ਵੱਲ ਨੂੰ ਕੂਚ ਕੀਤਾ, ਸਤਿਗੁਰੂ ਦਿੱਲੀ ਆਏ ਜੀ। ਬਹਾਦਰ ਸ਼ਾਹ ਨੇ ਉੱਥੋਂ ਮਹਾਰਾਜ ਨੂੰ ਕਿਹਾ ਸੀ ਮਹਾਰਾਜ ਮੇਰੇ ਨਾਲ ਅੱਗੇ ਚੱਲੋ। ਤੇ ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਜਦੋਂ ਦਿੱਲੀ ਆਏ, ਮਾਤਾ ਸਾਹਿਬ ਕੌਰ ਜੀ ਮਹਾਰਾਜ ਨੂੰ ਕਹਿਣ ਲੱਗੇ ਮਹਾਰਾਜ ਮੈਂ ਤੁਹਾਡੇ ਦਰਸ਼ਨ ਕਰਨੇ ਚਾਹੁੰਦੀ ਹਾਂ, ਮੈਂ ਤੁਹਾਡੇ ਦਰਸ਼ਨਾਂ ਤੋਂ ਬਗੈਰ ਨਹੀਂ ਰਹਿ ਸਕਦੀ। ਆਖੋ ਵਾਹਿਗੁਰੂ ਵਾਹਿਗੁਰੂ। ਤੇ ਸਾਧ ਸੰਗਤ ਜੀ ਫਿਰ ਸਤਿਗੁਰੂ ਨਾਲ ਦੱਖਣ ਲੈ ਕੇ ਆਏ। ਜਦੋਂ ਦੱਖਣ ਲੈ ਕੇ ਆਏ ਤੇ ਗੋਦਾਵਰੀ ਦੇ ਕੰਢੇ ਇੱਕ ਪਾਸੇ ਅਸਥਾਨ ਬਣਾਤਾ ਮਾਤਾ ਜੀ ਦਾ, ਤੁਸੀਂ ਇੱਥੇ ਬੈਠੋ ਜੀ। ਨਿਹੰਗ ਸਿੰਘ ਬਾਬਾ ਮਿੱਤ ਸਿੰਘ ਜੀ ਨੇ ਉਸ ਸਥਾਨ ਦੀ ਸੇਵਾ ਕਰਾਈ ਜੀ। ਬ੍ਰਹਮ ਗਿਆਨੀ ਮਹਾਂਪੁਰਖ ਹੋਏ ਆ ਜੀ। ਔਰ ਜੋ ਉੱਥੋਂ ਦਾ ਇਤਿਹਾਸ ਗੁਰਮੁਖ ਪਿਆਰੇ ਦੱਸਦੇ ਮਾਤਾ ਜੀ ਦੇ ਅਸਥਾਨ ਦਾ, ਕਹਿੰਦੇ ਇੱਥੇ ਮਾਤਾ ਜੀ ਨੇ ਇਸ ਜਨਮ 'ਚ ਨਹੀਂ ਜਪ ਤਪ ਕੀਤਾ ਜੀ। ਇੱਥੇ ਪੂਰਬਲੇ ਜਨਮ 'ਚ ਸਤਜੁਗ ਦੇ ਸਮੇਂ ਵੀ ਮਾਤਾ ਜੀ ਨੇ ਇੱਥੇ ਹੀ ਜਪ ਤਪ ਕੀਤਾ ਸੀਗਾ। ਐਵੇਂ ਤੇ ਗੱਲ ਬਣਦੀ ਨਹੀਂ ਸਾਧ ਸੰਗਤ। ਉੱਥੇ ਰਹਿੰਦੇ ਆ, ਹਰ ਰੋਜ਼ ਦੁਪਹਿਰ ਨੂੰ ਸੱਚੇ ਪਾਤਸ਼ਾਹ ਜਾਂਦੇ ਆ, ਮਾਤਾ ਜੀ ਕੋਲੋਂ ਪ੍ਰਸ਼ਾਦਾ ਛਕਦੇ। ਜਿਹਨੇ ਵੀ ਚਿੱਤਰ ਬਣਾਇਆ ਨਾ, ਉਹਨੇ ਬੜਾ ਵਧੀਆ ਬਣਾਇਆ ਜੀ। ਦਾਸ ਨੇ ਉਸ ਸਥਾਨ ਦੇ ਦਰਸ਼ਨ ਕੀਤੇ ਆ ਜਿੱਥੇ ਲੰਗਰ ਸਥਾਨ, ਮਾਤਾ ਜੀ ਰੋਜ਼ ਸਤਿਗੁਰੂ ਨੂੰ ਪ੍ਰਸ਼ਾਦਾ ਛਕਾਉਂਦੇ। ਜਿਹਨੇ ਚਿੱਤਰ ਬਣਾਇਆ ਉਹਨੇ ਬਹੁਤ ਵਧੀਆ ਬਣਾਇਆ। ਉਹਨੇ ਵਿਖਾਇਆ ਸਾਡੇ ਮਾਤਾ ਜੀ ਨੇ ਜਦੋਂ ਚੁੰਨੀ ਲਈ ਹੈ, ਸਿਰ ਤੇ ਕੱਪੜਾ ਲਿਆ ਤੇ ਇੱਥੋਂ ਤੱਕ ਸਾਰਾ ਮੁਖ ਢੱਕਿਆ, ਨੱਕ ਢੱਕਿਆ ਜੀ, ਤੇ ਪੱਖੀ ਚੱਲ ਰਹੇ ਸੇਵਾ ਕਰ ਰਹੇ ਜੀ। ਸਤਿਗੁਰੂ ਪ੍ਰਸ਼ਾਦਾ ਛਕ ਰਹੇ ਨੇ ਜੀ, ਸੇਵਾ ਕਰਦੇ ਰਹੇ। ਫਿਰ ਸਤਿਗੁਰੂ ਨੂੰ ਪਤਾ ਵੀ ਭਾਣਾ ਵਰਤਾਉਣਾ, ਧੰਨ ਕਲਗੀਧਰ ਪਿਤਾ। ਜਦੋਂ ਮਹਾਰਾਜ ਨੇ ਭਾਣਾ ਵਰਤਾਉਣਾ ਸਰੀਰਕ ਦਾ, ਪਰਿਵਾਰ ਦਾ ਕੋਈ ਦੀ ਲਾਗੇ ਨਹੀਂ ਰੱਖਿਆ ਜੀ, ਕੋਈ ਨਹੀਂ ਰੱਖਿਆ। ਮਹਾਰਾਜ ਨੇ ਮਾਤਾ ਜੀ ਨੂੰ ਕਿਹਾ ਵੀ ਤੁਸੀਂ ਦਿੱਲੀ ਜਾਓ। ਮਾਤਾ ਸਾਹਿਬ ਕੌਰ ਜੀ ਕਹਿਣ ਲੱਗੇ ਮਹਾਰਾਜ ਮੈਂ ਤੁਹਾਡੇ ਦਰਸ਼ਨਾਂ ਤੋਂ ਬਗੈਰ ਜਿਉਂਦੀ ਨਹੀਂ ਰਹਿ ਸਕਦੀ। ਮਹਾਰਾਜ ਮੈਂ ਤੇ ਰੋਜ਼ ਪ੍ਰਸ਼ਾਦਾ ਹੀ ਉਦੋਂ ਛਕਦੀ ਜਦੋਂ ਤੁਹਾਡੇ ਦਰਸ਼ਨ ਹੋ ਜਾਂਦੇ। ਇਹ ਸਾਡੀ ਮਾਂ ਦਾ ਨੇਮ ਸੀਗਾ, ਰੋਜ਼ ਮਹਾਰਾਜ ਦੇ ਦਰਸ਼ਨ ਕਰਕੇ ਫਿਰ ਪ੍ਰਸ਼ਾਦਾ ਛਕਣਾ। ਕਿੱਡਾ ਵੱਡਾ ਨੇਮ ਹੈ ਜੀ। ਤੇ ਸਤਿਗੁਰੂ ਨੂੰ ਪਤੀ ਜਾਣ ਕੇ ਨਹੀਂ,
ਸਤਿਗੁਰੂ ਨੂੰ ਪਰਮੇਸ਼ਰ ਜਾਣ ਕੇ ਸੇਵਾ ਕਰਨੀ। ਸਾਧ ਸੰਗਤ ਜੀ, ਮਹਾਰਾਜ ਕਹਿੰਦੇ ਸੋ ਗ੍ਰਸਤੀ ਜੋ ਨਿਗ੍ਰਹ ਕਰੈ। ਬੜੀ ਵੱਡੀ ਗੱਲ 'ਚ ਗ੍ਰਸਤ ਧਰਮ 'ਚ ਰਹਿੰਦਿਆਂ ਇੰਦਰੀਆਂ ਤੇ ਕੰਟਰੋਲ ਕਰਕੇ ਸਾਧ ਸੰਗਤ ਦੀ ਅਧਿਆਤਮ ਦੇ ਪਾਸੇ ਤੁਰਨਾ ਹਾਰੀ ਸਾਰੀ ਦੇ ਵਸ ਦੀ ਖੇਡ ਨਹੀਂ ਹੈਗੀ। ਵਕਾਰ ਮੱਤ ਮਾਰ ਦਿੰਦੇ ਆ। ਸੱਚਾ ਤੇ ਸੁੱਚਾ ਜੀਵਨ ਮਾਤਾ ਜੀ ਦਾ ਜੀ। ਸਤਿਗੁਰੂ ਜੀ, ਮੈਂ ਤੁਹਾਡੇ ਦਰਸ਼ਨਾਂ ਤੋਂ ਬਗੈਰ ਰਹਿ ਨਹੀਂ ਸਕਦੀ। ਜਿੰਨਾ ਚਿਰ ਮੈਂ ਤੁਹਾਡੇ ਦਰਸ਼ਨ ਨਾ ਕਰਾਂ ਮਹਾਰਾਜ ਮੈਂ ਛਕਦੀ ਕੁਝ ਨਹੀਂ। ਤੇ ਸਤਿਗੁਰੂ ਜੀ ਨੇ ਫਿਰ ਆਖਿਆ, ਠੀਕ ਹੈ, ਜੇ ਤੁਸੀਂ ਸਾਡੇ ਦਰਸ਼ਨ ਕਰਕੇ ਕੁਝ ਛਕਣਾ ਤੇ ਤੁਹਾਡਾ ਇਹ ਨੇਮ ਉਸੇ ਤਰ੍ਹਾਂ ਹੀ ਰਹੇਗਾ। 5 ਸ਼ਸਤਰ ਸੱਚੇ ਪਾਤਸ਼ਾਹ ਜੀ ਨੇ ਮਾਤਾ ਜੀ ਨੂੰ ਦਿੱਤੇ ਜੀ। 5 ਸ਼ਸਤਰ, ਉਹਨਾਂ ਵਿੱਚ ਕੁਝ ਸ਼ਸਤਰ 6ਵੇਂ ਪਾਤਸ਼ਾਹ ਮਹਾਰਾਜ ਜੀ ਦੇ ਸਨ, ਜਿਨ੍ਹਾਂ ਦੀ ਆਪ ਜੀ ਕਥਾ ਸੁਣਦੇ ਹੋ ਰੋਜ਼ ਲੜੀਵਾਰ। 5 ਸ਼ਸਤਰ ਦਿੱਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। 5 ਸ਼ਸਤਰ ਦੇ ਕੇ ਆਖਿਆ, ਹਰ ਰੋਜ਼ ਇਹਨਾਂ ਸ਼ਸਤਰਾਂ ਦੇ ਜਦੋਂ ਤੁਸੀਂ ਭਾਵਨਾ ਨਾਲ, ਸਿਦਕ ਨਾਲ, ਪ੍ਰੇਮ ਨਾਲ ਦਰਸ਼ਨ ਕਰੋਗੇ, ਇਹਨਾਂ ਸ਼ਸਤਰਾਂ ਵਿੱਚੋਂ ਤੁਹਾਨੂੰ ਸਾਡੇ ਦਰਸ਼ਨ ਹੋਣਗੇ। ਮਾਤਾ ਜੀ ਆਪਣੇ ਅੰਦਰ ਨੂੰ ਰੋਕ ਕੇ, ਬੈਰਾਗ ਨੂੰ ਠੱਲ ਕੇ ਤੁਰੇ। ਪਾਲਕੀ 'ਚ ਆਪਣੇ ਪਤੀ ਸਤਿਗੁਰੂ, ਆਪਣੇ ਗੁਰੂ ਹਰਗੋਬਿੰਦ ਸਾਹਿਬ ਵੱਡੇ ਸਤਿਗੁਰਾਂ ਦਾ ਮਹਾਨ ਪਵਿੱਤਰ ਉਸ ਸ਼ਸਤਰ ਸਤਿਗੁਰਾਂ ਦੇ ਪਾਲਕੀ ਸਾਹਿਬ 'ਚ ਸਜਾਏ। ਤੇ ਸਾਧ ਸੰਗਤ ਜੀ, ਉਹ ਪਾਲਕੀ ਅੱਗੇ ਲੱਗੀ, ਇੱਕ ਪਾਲਕੀ ਪਿੱਛੇ ਲੱਗੀ, ਉਹਦੇ 'ਚ ਮਾਤਾ ਜੀ ਬੈਠੇ। ਫਿਰ ਮਾਤਾ ਜੀ ਮਾਤਾ ਸੁੰਦਰੀ ਜੀ ਦੇ ਕੋਲ ਚਲੇ ਗਏ। ਰੋਜ਼ ਦਾ ਮਾਤਾ ਜੀ ਦਾ ਨੇਮ, ਕਿੰਨਾ ਬੈਰਾਗ ਹੋਏਗਾ। ਪਤਾ ਹੈ ਮਹਾਰਾਜ ਮੈਨੂੰ ਦੂਰ ਭੇਜ ਰਹੇ ਹੈ, ਕਿਉਂ ਇੱਥੇ ਸਰੀਰ ਛੱਡਣਾ, ਭਾਣਾ ਵਰਤਾਉਣਾ। ਫਿਰ ਵੀ ਮਾਤਾ ਦੀ ਸਾਧ ਸੰਗਤ ਜੀ ਆਪਣੇ ਆਪ ਨੂੰ ਮਜ਼ਬੂਤ ਕਰਕੇ ਉੱਥੋਂ ਤੁਰੇ ਜੀ। ਬਾਣੀ ਪੜ੍ਹਦੇ, ਸੁਖਮਨੀ ਸਾਹਿਬ ਦੇ ਬੜੇ ਵੱਡੇ ਨੇਮੀ ਸੀਗੇ ਮਾਤਾ ਜੀ। ਉਂਝ ਗੱਲਾਂ ਬਣਦੀਆਂ ਹੀ ਨਹੀਂ, ਇਹ ਖੇਡਾਂ ਬਣਦੀਆਂ ਹੀ ਨਹੀਂ ਉਂਝ। ਮਹਾਰਾਜ ਭਾਣਾ ਵਰਤਾ ਕੇ, ਇੱਕ ਸਤਿਗੁਰੂ ਨੇ ਮੋਹਰ ਵੀ ਦਿੱਤੀ ਸੀ ਆਪਣੀ। ਮਹਾਰਾਜ ਨੇ ਕਿਹਾ, ਜਦੋਂ ਕਿਤੇ ਪੰਥ ਨੂੰ ਹੁਕਮਨਾਮਾ ਤੁਹਾਨੂੰ ਜਾਰੀ ਕਰਨਾ ਪਵੇ, ਆਹ ਸਾਡੀ ਮੋਹਰ ਦੀ ਵਰਤੋਂ ਕਰਿਓ। 8 ਹੁਕਮਨਾਮੇ ਫਿਰ ਮਾਤਾ ਜੀ ਨੇ ਆਪਣੇ ਖਾਲਸੇ ਪੁੱਤਰ ਨੂੰ ਜਾਰੀ ਕੀਤੇ ਸੀ, ਉੱਤੇ ਮੋਹਰ ਲਾ ਕੇ। ਉਹ ਮੋਹਰ ਲਾਉਂਦੇ ਹੁੰਦੇ ਸੀ ਮਾਤਾ ਜੀ। ਫਿਰ ਅਗਲੀ ਗੱਲ, ਸਤਿਗੁਰੂ ਜੀ ਤੋਂ ਬਾਅਦ 38 ਸਾਲ ਮਾਤਾ ਜੀ ਨੇ ਖਾਲਸੇ ਦੀ ਵਾਗਡੋਰ ਸੰਭਾਲੀ। ਨਾਲ ਮਾਤਾ ਸੁੰਦਰੀ ਜੀ ਸਹਿਮਤ ਹੁੰਦੇ ਸੀਗੇ। ਮਾਤਾ ਸੁੰਦਰੀ ਜੀ 40 ਸਾਲ ਰਹੇ ਜੀ। ਤੇ ਮਾਤਾ ਸਾਹਿਬ ਦੇਵਾਂ ਜੀ ਕੌਰ ਕਹਿ ਲਈਏ, ਮਾਤਾ ਸਾਹਿਬ ਕੌਰ ਜੀ ਸਾਡੇ ਪੂਜਨੀਕ ਮਾਤਾ ਜੀ 38 ਸਾਧ ਸੰਗਤ 38 39 ਸਾਲ ਲਗਭਗ ਉਹ ਸਰੀਰ ਕਰਕੇ ਰਹੇ। ਮਾਤਾ ਸੁੰਦਰੀ ਜੀ ਤੋਂ ਆਗਿਆ ਮੰਗੀ। ਜਿੰਨਾ ਚਿਰ ਤੱਕ ਉਹਨਾਂ ਦਾ ਸਰੀਰ ਰਿਹਾ, ਪਿਆਰਿਓ ਉਹ ਨੇਮ ਰੱਖਿਆ, ਹਰ ਰੋਜ਼ ਬਾਪੂ ਦੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸ਼ਸਤਰਾਂ ਦੇ ਰੋਜ਼ ਦਰਸ਼ਨ ਕਰਨੇ ਜੀ। ਪਲੰਗੇ ਤੇ ਸਜਾ ਕੇ ਨਾ ਸ਼ਸਤਰ, ਉਹਨਾਂ ਦੀ ਪੂਜਾ ਕਰਨੀ। ਫਿਰ ਸਰੀਰ ਤਿਆਗਿਆ ਜਦੋਂ, ਪਹਿਲਾਂ ਹੀ ਕਹਿਤਾ ਸੀ ਸਾਡਾ ਸੰਸਕਾਰ, ਸਾਡੇ ਸਰੀਰ ਨੂੰ ਅਗਨ ਭੇਟ ਉੱਥੇ ਕਰਨਾ ਜਿੱਥੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਡੇਰਾ ਹੈ, ਰਕਾਬਗੰਜ ਸਾਹਿਬ। ਉੱਥੇ ਫਿਰ ਮਾਤਾ ਜੀ ਦੇ ਸਰੀਰ ਦਾ ਸੰਸਕਾਰ ਵੀ ਕੀਤਾ ਗਿਆ। ਤੇ ਨਾਲ ਹੀ ਸਾਧ ਸੰਗਤ ਜੀ ਉਹ ਸ਼ਸਤਰ ਵੀ ਅੱਜ ਉੱਥੇ ਸੁਭਾਈਮਾਨ ਨੇ, ਜਿਨ੍ਹਾਂ ਸ਼ਸਤਰਾਂ ਵਿੱਚੋਂ ਮਾਤਾ ਜੀ ਰੋਜ਼ ਕਲਗੀਧਰ ਜੀ ਦੇ ਦਰਸ਼ਨ ਕਰਦੇ ਸੀ। ਹੁਣ ਮੈਂ ਤੁਹਾਨੂੰ ਇੱਕ ਆਪਣਾ ਪ੍ਰੈਕਟੀਕਲ ਦੱਸ ਦਿੰਦਾ, ਫਿਰ ਖਿਮਾ ਮੰਗਾਂਗਾ, ਸਮਾਂ ਹੋ ਗਿਆ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਆਪਣਾ ਪ੍ਰੈਕਟੀਕਲ ਦੱਸਦਾ। ਅਸੀਂ ਹਜ਼ੂਰ ਸਾਹਿਬ ਗਏ, ਇਸ ਵਾਰ ਤੋਂ ਪਹਿਲਾਂ ਗਏ ਜੀ। ਇਸ ਵਾਰ ਸੀ ਜਦੋਂ ਉਹ ਤੋਂ ਪਹਿਲਾਂ, ਹੋ ਸਕਦਾ ਸ਼ਾਇਦ ਉਹਦੇ ਤੋਂ ਪਹਿਲਾਂ ਦੀ ਇਹ ਗੱਲ ਹੈ। ਤੇ ਮੇਰੀ ਸਿਹਤ ਥੋੜ੍ਹੀ ਵਿਗੜ ਗਈ। ਮੈਂ ਇਹਨਾਂ ਸਿੰਘਾਂ ਨੂੰ ਨਹੀਂ ਦੱਸਿਆ, ਕਾਰਨ ਇਹਨਾਂ ਦੀ ਚਿੰਤਾ 'ਚ ਹੋ ਜਾਣਾ ਸੀ, ਇਹਨਾਂ ਦਾ ਧਿਆਨ ਮੇਰੇ ਵੱਲ ਹੋ ਜਾਣਾ ਸੀ।
ਇਹਨਾਂ ਦਾ ਧਿਆਨ ਸਤਿਗੁਰਾਂ ਦੇ ਦਰਸ਼ਨਾਂ 'ਚ ਨਹੀਂ ਰਹਿਣਾ ਜੀ। ਤੇ ਸਵੇਰੇ ਅਸੀਂ ਤੁਰੇ, ਕਹਿੰਦੇ ਜੀ ਪ੍ਰਸ਼ਾਦਾ ਛਕਣਾ, ਤੇ ਮੇਰਾ ਉਹ ਹਿਸਾਬ ਨਹੀਂ ਸੀ ਪ੍ਰਸ਼ਾਦੇ ਵਾਲਾ। ਮੈਂ ਮਨ 'ਚ ਭਾਵਨਾ ਬਣਾ ਕੇ ਤੁਰਿਆ ਵੀ ਅੱਜ ਮਾਤਾ ਦੇ ਥਾਂ ਤੇ ਜਾਣਾ, ਮਾਂ ਦੇ ਥਾਂ ਤੇ ਜਾਣਾ। ਵੈਸੇ ਤੁਸੀਂ ਵੀ ਜਦੋਂ ਹਜੂਰ ਸਾਹਿਬ ਜਾਓ ਪਿਆਰਿਓ, ਉੱਥੇ ਮਾਂ ਦਾ ਲੰਗਰ ਚੱਲਦਾ, ਉੱਥੋਂ ਜ਼ਰੂਰ ਛਕਿਆ ਕਰੋ। ਮਹਾਰਾਜ ਨੇ ਕਿਹਾ ਸੀ, ਸਾਹਿਬ ਕੌਰ ਜੀ, ਜਿਹੜਾ ਤੁਹਾਡੇ ਲੰਗਰ ਚੋਂ ਪ੍ਰਸ਼ਾਦਾ ਛਕੇਗਾ ਉਹਦੇ ਦੁੱਖ ਦੂਰ ਹੋਇਆ ਕਰਨਗੇ। ਉਹ ਮਾਂ ਦਾ ਲੰਗਰ ਹੈ। ਤੇ ਬੱਚਾ ਜਿੱਥੋਂ ਮਰਜ਼ੀ ਹੋ ਕੇ ਆ ਜੇ ਪਿਆਰਿਓ, ਜਦੋਂ ਸ਼ਾਮ ਨੂੰ ਆ ਕੇ ਮਾਂ ਕੋਲੋਂ ਰੋਟੀਆਂ ਖਾਂਦਾ ਨਾ, ਪ੍ਰਸ਼ਾਦੇ ਛਕਦਾ, ਫਿਰ ਮਾਂ ਨੂੰ ਸਭ ਤੋਂ ਵੱਧ ਖੁਸ਼ੀ ਹੁੰਦੀ ਹੈ। ਨਿਆਣਾ ਰੁੱਸ ਵੀ ਪਵੇ ਤੇ ਮਾਂ ਦਾ ਸੁਭਾਅ, ਰਾਮਈਆ ਹੋਂ ਬਾਰਕ ਤੇਰਾ, ਕਾਹੇ ਨਾ ਖੰਡਸ ਅਵਗੁਣ ਮੇਰਾ। ਕਹਿੰਦੇ ਬੱਚੇ ਦਾ ਸੁਭਾਅ ਦੱਸਿਆ, ਜੇ ਅਤ ਕੋਪ ਕਰੇ ਕਰ ਧਾਇਆ, ਤਾਂ ਪੀ ਚੀਤ ਨਾ ਰਾਖਸ ਮਾਇਆ। ਮਾਇਆ ਦਾ ਅਰਥ ਮਾਇਆ। ਬੱਚਾ ਬਹੁਤ ਗਲਤੀਆਂ ਕਰੇ, ਮਾਂ ਫਿਰ ਵੀ ਚੇਤੇ ਨਹੀਂ ਰੱਖਦੀ, ਮਾਂ ਬਖਸ਼ ਦਿੰਦੀ। ਮੇਰੇ ਮਨ ਦਾ ਫੁਰਨਾ ਸੀ ਵੀ ਅੱਜ ਮਾਂ ਦੀ ਜਗ੍ਹਾ ਤੇ ਜਾਣਾ ਹੈ, ਮਾਂ ਦੇ ਅਸਥਾਨ ਤੇ ਜਾਣਾ ਹੈ। ਅੱਜ ਪ੍ਰਸ਼ਾਦਾ ਮਾਂ ਕੋਲ ਬਹਿ ਕੇ ਖਾਵਾਂਗੇ, ਮਾਤਾ ਕੋਲ ਛਕਾਂਗੇ। ਪਰ ਸਿਹਤ ਉਹੋ ਜਿਹੀ ਨਹੀਂ ਸੀਗੀ ਪ੍ਰਸ਼ਾਦਾ ਛਕਣ ਵਾਲੀ। ਭਾਵਨਾ ਬਣਾ ਕੇ ਗਿਆ ਸਾਂ। ਸਾਧ ਸੰਗਤ ਜੀ, ਜਦੋਂ ਮਾਂ ਦੀ ਜਗ੍ਹਾ ਤੇ ਪਹੁੰਚੇ, ਨਮਸਕਾਰ ਕੀਤੀ, ਉੱਥੇ ਪ੍ਰਸ਼ਾਦਾ ਛਕਿਆ, ਜਾਂਦਿਆਂ ਨੂੰ ਉਹੋ ਹੀ ਬਣਿਆ ਜੋ ਮੇਰੀ ਸਿਹਤ ਦੇ ਅਨੁਸਾਰ ਬਿਲਕੁਲ ਠੀਕ ਸੀਗਾ ਜੀ। ਖਿਚੜੀ ਬਣੀ ਹੋਈ ਸੀ ਜਾਂਦਿਆਂ ਨੂੰ, ਤੇ ਇੱਕ ਚਮਚ ਮੈਂ ਮੂੰਹ 'ਚ ਤੇ ਨਾਲ ਹੰਝੂ, ਵੀ ਮਾਂ ਨੂੰ ਹੀ ਪਤਾ ਹੁੰਦਾ ਨਿਆਣੇ ਨੂੰ ਕੀ ਖਵਾਉਣਾ ਹੈ ਜੀ। ਇਹ ਮਾਂ ਨੂੰ ਹੀ ਪਤਾ ਹੁੰਦਾ ਹੈ। ਸਾਧ ਸੰਗਤ ਜੀ, ਮਾਤਾ ਜੀ ਦੇ ਅਸਥਾਨ ਤੇ ਜਦੋਂ ਜਾਓ, ਉੱਥੇ ਮਾਤਾ ਜੀ ਦੀ ਪ੍ਰਤੱਖ ਕਿਰਪਾ ਵਰਤਦੀ। ਮਾਤਾ ਜੀ ਦਾ ਸਤਜੁਗੀ ਤਪ ਸਥਾਨ ਹੈ। ਇੱਕ ਸਿੰਘ ਹੇਠਾਂ ਬੈਠਾ ਵੱਡੀ ਮਾਲਾ ਲੈ ਕੇ ਭੋਰਾ ਸਾਹਿਬ 'ਚ ਮੂਲ ਮੰਤਰ ਦਾ ਪਾਠ ਕਰ ਰਿਹਾ ਜੀ। ਤੇ ਸਾਧ ਸੰਗਤ ਜੀ, ਉਹ ਜਦੋਂ ਵੀ ਉੱਥੇ ਜਾਓ, ਉੱਥੇ ਲੰਗਰ ਜ਼ਰੂਰ ਛਕਿਓ, ਲੰਗਰ ਜ਼ਰੂਰ ਛਕਿਓ। ਇਸ ਵਾਰੀ ਅਸੀਂ ਗਏ, ਮੇਰੇ ਨਾਲ ਦਰਬਾਰ ਸਾਹਿਬ ਦੇ ਸਿੰਘ ਸਾਹਿਬ ਭਾਈ ਸੁਲਤਾਨ ਸਿੰਘ ਜੀ, ਅਸੀਂ ਸਾਰੇ ਇਕੱਠੇ ਸਾਂ ਜੀ। ਜਦੋਂ ਅਸੀਂ ਗਏ, ਪਹਿਲਾਂ ਜਾ ਕੇ ਉੱਥੇ ਮਾਤਾ ਜੀ ਦੇ ਤਪ ਸਥਾਨ ਤੇ ਸਾਰਿਆਂ ਰਲ ਕੇ ਸ਼ਬਦ ਪੜ੍ਹਿਆ, ਰਾਮਈਆ ਹਾਂ ਬਾਰਕ ਤੇਰਾ, ਕਾਹੇ ਨਾ ਖੰਡਸ ਅਵਗੁਣ ਮੇਰਾ। ਮਾਂ, ਅਸੀਂ ਤੇਰੇ ਪੁੱਤ ਹਾਂ, ਸਾਡੇ ਅਵਗੁਣ ਦੂਰ ਕਰਦੇ। ਉਹ ਜਦੋਂ ਸ਼ਬਦ ਪੜ੍ਹਿਆ, ਸਾਰੇ ਸਿੰਘ ਬਿਰਾਜ ਕਰਨ। ਉੱਥੇ ਮਾਤਾ ਜੀ ਦੇ ਅਸਥਾਨ ਦੀ ਬਖਸ਼ਿਸ਼ ਹੀ ਇਹੋ ਜਿਹੀ ਸੀ। ਪ੍ਰਸ਼ਾਦਾ ਵੀ ਛਕਿਆ ਜੀ, ਰਗੜੇ ਵੀ ਲਾਏ, ਸ਼ਰਦਾਈਆਂ ਵੀ ਛਕੀਆਂ। ਉਸ ਤੋਂ ਬਾਅਦ ਉੱਥੇ ਬਾਬਾ ਤੇਜਾ ਸਿੰਘ ਜੀ ਦਾ ਪ੍ਰਬੰਧ ਹੈ, ਉਹ ਮਿਲੇ। ਉਹ ਕਹਿੰਦੇ ਮਾਂ ਦੀ ਥਾਂ ਤੇ ਆਇਆ, ਕਥਾ ਜ਼ਰੂਰ ਕਰਕੇ ਜਾਈ। ਮਾਂ ਨੂੰ ਨਹੀਂ ਕਥਾ ਸੁਣਾਉਣੀ। ਫਿਰ ਉੱਥੇ ਕਥਾ ਦੀ ਹਾਜ਼ਰੀ ਭਰੀ ਮਾਤਾ ਜੀ ਦੀ ਗੋਦ 'ਚ। ਤੇ ਉਹਦੇ ਤੋਂ ਬਾਅਦ ਜਦੋਂ ਹੇਠਾਂ ਆਏ, ਉਹ ਕਹਿੰਦੇ ਮਾਂ ਦੇ ਲੰਗਰ ਦਾ ਬੜਾ ਮਹੱਤਮ, ਜਿਹੜਾ ਇੱਥੇ ਲੰਗਰ ਛਕੇਗਾ ਉਹਦੇ ਦੁੱਖ ਦੂਰ ਹੁੰਦੇ। ਮਹਾਰਾਜ ਨੇ ਕਿਹਾ, ਜਿਹੜਾ ਤੇਰੀ ਪੰਗਤ 'ਚ ਪਏਗਾ ਉਹਦੇ ਦੁੱਖ ਦੂਰ ਹੋਣਗੇ। ਅਸੀਂ ਰੱਜੇ ਸਾਂ, ਰੱਜਿਆ ਹੋਇਆ ਫਿਰ ਪ੍ਰਸ਼ਾਦਾ ਛਕ ਲਿਆ ਜੀ। ਵੀ ਕਿਹੜਾ ਬਾਰ-ਬਾਰ ਆਇਆ ਜਾਣਾ, ਮਾਂ ਦੀ ਗੋਦ 'ਚ ਬਹਿ ਕੇ ਛਕਣ ਦਾ ਆਨੰਦ ਹੀ ਵੱਖਰਾ ਹੈ। ਉੱਥੇ ਦੋਵਾਂ ਦੇ ਪੈਰੇ ਨੇ, ਬਾਪੂ ਵੀ ਹੈ ਤੇ ਮਾਂ ਵੀ ਹੈ ਜੀ। ਸੋ ਸੱਚੇ ਪਾਤਸ਼ਾਹ ਮਿਹਰ ਕਰਨ। ਅੱਜ ਸਾਡੇ ਮਾਤਾ ਜੀ ਦਾ ਜਨਮ ਦਿਨ ਹੈ, ਜਨਮ ਦਿਨ ਹੈ। ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰਹੁ ਤੁਮਕੋ ਹਰ ਹਰ, ਸਦਾ ਭਜਹੁ ਜਗਦੀਸ਼। ਮਹਾਰਾਜ ਕਿਰਪਾ ਕਰਨ। ਆਓ ਮੇਰੇ ਨਾਲ ਪੰਗਤੀ ਪੜੋ, ਫਿਰ ਖਿਮਾ ਮੰਗੀਏ। ਰਾਮਈਆ ਹੋ ਬਾਰਕ ਤੇਰਾ, ਰਾਮਈਆ ਹਾਂ ਬਾਰਕ ਤੇਰਾ। ਅਰਥ ਸਮਝ ਲਓ। ਹਾਂ ਦਾ ਅਰਥ ਹੁੰਦਾ ਮੈਂ। ਰਾਮਈਆ, ਰਾਮ ਰੂਪ ਮਾਂ, ਸਿੱਧ ਮਾਤਾ ਜੀ ਦੇ ਪਰਥਾਏ ਮੈਂ ਬੇਨਤੀ ਕਰ ਰਿਹਾ। ਤੇ ਰਾਮਈਆ ਹਾਂ ਮੈਂ, ਹੇ ਮਾਂ ਮੈਂ, ਬਾਰਕ ਪੁੱਤ, ਤੇਰੇ ਦਾ ਅਰਥ ਤੇਰਾ, ਮੈਂ ਤੇਰਾ ਪੁੱਤ ਹਾਂ।
ਰਾਮਈਆ ਹੋ ਬਾਰਕ ਤੇਰਾ। ਰਾਮਈਆ ਹਾਂ ਬਾਰਕ ਤੇਰਾ। ਰਾਮਈਆ ਹੋ ਬਾਰਕ ਤੇਰਾ। ਰਾਮਈਆ ਹਾਂ ਬਾਰਕ ਤੇਰਾ। ਕਾਹੇ ਨ ਖੰਡਸ ਅਵਗੁਣ ਮੇਰਾ। ਕਾਹੇ ਨ ਖੰਡਸ ਗੱਜ ਕੇ ਅਵਗੁਣ ਮੇਰਾ। ਰਾਮਈਆ ਹੋ ਬਾਰਕ ਤੇਰਾ। ਰਾਮਈਆ ਹਾਂ ਬਾਰਕ ਤੇਰਾ। ਮਾਤਾ ਜੀ ਉਹਨਾਂ ਦੇ ਮਨ ਦੀ ਅਵਸਥਾ, ਸਤਿਗੁਰ ਮੂਰਤ ਕੋ ਬਲ ਜਾਓ। ਮੈਂ ਆਪਣੇ ਗੁਰੂ ਤੋਂ, ਗੁਰੂ ਦੀ ਮੂਰਤ ਤੋਂ ਬਲਿਹਾਰ ਜਾਵਾਂ। ਇਹ ਸਾਡੇ ਮਾਤਾ ਜੀ ਦੀ ਅਵਸਥਾ ਸੀ। ਮੂਰਤ ਕੋ ਬਲ ਜਾਓ, ਸਤਿਗੁਰ ਮੂਰਤ ਕੋ ਬਲ ਜਾਓ। ਮੂਰਤ ਕੋ ਬਲ ਜਾਓ, ਸਤਿਗੁਰ ਮੂਰਤ ਕੋ ਬਲ ਜਾਓ। ਸੱਚੇ ਪਾਤਸ਼ਾਹ ਮਿਹਰ ਕਰਨ, ਬਖਸ਼ਿਸ਼ ਕਰਨ, ਭੁੱਲਾਂ ਦੀ ਮਾਫੀ ਬਖਸ਼ਿਸ਼ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਆਪ ਜੀ ਦੇ ਚਰਨਾਂ 'ਚ